ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। UK ਯੂਰਪ ਦੇਸ਼ ਵਿਦੇਸ਼ ਸਿੱਖ ਚੈਨਲ ਵੇਖ ਰਹੀਆਂ ਸਾਰੀ ਸੰਗਤਾਂ ਦਾ ਅਸੀਂ ਤੁਹਾਡਾ ਸਿੱਖ ਚੈਨਲ 'ਤੇ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ। ਤੇ ਸਿੱਖ ਚੈਨਲ ਦਾ ਇਹ ਉਪਰਾਲਾ ਹੁੰਦਾ ਕਿ ਤੁਹਾਨੂੰ ਵੱਖ-ਵੱਖ ਸਾਡੀਆਂ ਜਿਹੜੀਆਂ ਇਤਿਹਾਸਕ ਜਗ੍ਹਾ ਨੇ, ਗੁਰਦੁਆਰਾ ਸਾਹਿਬ ਨੇ, ਹੋਰ ਇਤਿਹਾਸਕ ਜਗ੍ਹਾ ਜਿਹੜੀਆਂ ਅਸੀਂ ਤੁਹਾਨੂੰ ਉਹਦੇ ਨਾਲ ਜੋੜ ਸਕੀਏ ਤਾਂ ਜੋ ਜਿਹੜੇ ਬੱਚੇ ਨੇ ਉਹ ਸਾਡੇ ਇਤਿਹਾਸ ਦੇ ਨਾਲ, ਸਾਡੇ ਕਲਚਰ ਦੇ ਨਾਲ, ਸਾਡੀ ਬੋਲੀ ਦੇ ਨਾਲ, ਸਾਡੇ ਵਿਰਸੇ ਦੇ ਨਾਲ ਉਹ ਜੁੜ ਸਕਣ। ਸੋ ਇਸ ਕਰਕੇ ਅੱਜ ਅਸੀਂ ਪਾਕਿਸਤਾਨ ਦੀ ਧਰਤੀ ਹਸਨ ਅਬਦਾਲ ਇਹ ਦੋ ਪਿੰਡ ਨੇ ਜਿਹੜੇ ਕਿ ਹੁਣ ਇੱਕੋ ਹੀ ਬਣ ਗਏ ਨੇ, ਪਰ ਇਹ ਪਹਿਲਾਂ ਦੋ ਇਕੱਲੇ ਪਿੰਡ ਹੋਇਆ ਕਰਦੇ ਸਨ, ਹਸਨ ਪਿੰਡ ਤੇ ਅਬਦਾਲ ਪਿੰਡ। ਸੋ ਅੱਜ ਅਸੀਂ ਹਸਨ ਅਬਦਾਲ ਜੋ ਇਹ ਇੱਕ ਪਿੰਡ ਸੀ ਪਹਿਲਾਂ, ਹੁਣ ਤੇ ਵੱਡਾ ਸ਼ਹਿਰ ਇਹ ਬਣ ਗਿਆ। ਸੋ ਅੱਜ ਅਸੀਂ ਉਹਦੇ ਜੋ ਰੇਲਵੇ ਸਟੇਸ਼ਨ ਹੈ, ਜੋ ਇਹ ਲਾਈਨਾਂ ਤੁਸੀਂ ਵੇਖ ਰਹੇ ਹੋ, ਅੱਜ ਅਸੀਂ ਇੱਥੇ ਪਹੁੰਚੇ ਹਾਂ। ਸਾਡੀ ਸਿੱਖ ਚੈਨਲ ਦੀ ਸਮੁੱਚੀ ਟੀਮ ਅੱਜ ਇੱਥੇ ਪਹੁੰਚੀ ਹੈ। ਸੋ ਤੁਸੀਂ ਵੇਖ ਰਹੇ ਹੋ ਬੋਰਡ ਲੱਗਾ ਹੋਇਆ ਹਸਨ ਅਬਦਾਲ। ਔਰ ਇੱਕ ਗੱਲ ਤੁਸੀਂ ਜ਼ਰੂਰ ਵੇਖੋ ਕਿ ਸਭ ਤੋਂ ਪਹਿਲਾਂ ਇੱਥੇ ਦੀ ਬੋਲੀ ਜਿਹੜੀ ਕਿ ਉੱਪਰ ਲਿਖੀ ਗਈ ਆ ਬੋਰਡ ਦੇ, ਉਸ ਤੋਂ ਥੱਲੇ ਜਿਹੜੀ ਆ ਉਹ ਅੰਗਰੇਜ਼ੀ ਲਿਖੀ ਗਈ ਆ। ਸੋ ਵੇਖ ਰਹੇ ਹਸਨ ਅਬਦਾਲ ਦਾ ਇਹ ਉਹ ਰੇਲਵੇ ਸਟੇਸ਼ਨ ਹੈ ਜੋ ਕਿ 1922 ਦੇ ਵਿੱਚ ਆਪਾਂ ਦੇਖਿਆ ਇੱਕ ਸਾਕਾ 50 ਸਾਲ ਵਾਪਰਿਆ ਸੀਗਾ। ਉਹਦੀ ਯਾਦ ਆਪਾਂ ਤਾਜ਼ਾ ਕਰੀਏ ਕਿ ਉਹ ਕਿਉਂ ਵਾਪਰਿਆ। ਸੋ ਅਸੀਂ ਬਿਲਕੁਲ ਇਸੇ ਜਗ੍ਹਾ 'ਤੇ ਖੜ੍ਹੇ ਹਾਂ ਜਦੋਂ ਕਿ ਇੱਕ ਜਿਹੜੀ ਗੱਡੀ ਸੀਗੀ ਉਹ ਰੇਲ ਗੱਡੀ ਸਿੱਖ ਕੈਦੀਆਂ ਦੀ ਇਸ ਵਾਲੇ ਪਾਸਿਓਂ ਲਾਹੌਰ ਨੂੰ ਇਹ ਜਾ ਰਹੀ ਹੈ। ਔਰ ਇਹ ਉਹ ਅੰਮ੍ਰਿਤਸਰ ਤੋਂ ਆ ਰਹੀ ਸੀ ਗੱਡੀ, ਜਿਹੜੀ ਕਿ ਇਸ ਲਾਈਨ ਤੋਂ ਲੰਘ ਕੇ ਉਹ ਅੱਗੇ ਇੱਧਰ ਦੇ ਸਾਈਡ 'ਤੇ ਪੇਸ਼ਾਵਰ ਨੂੰ ਉਹ ਜਾਣੀ ਸੀਗੀ। ਸੋ ਉਹਦੇ ਵਿੱਚ ਜਿਹੜੇ ਸਿੱਖ ਗੱਡੀ ਦੇ ਵਿੱਚ ਸਨ ਤੋ ਉਹ ਇੱਥੋਂ ਦੀ ਜਾ ਰਹੇ ਸੀਗੇ। ਇੱਕ ਪਿੱਛੇ ਵੀ ਇਹਦੇ ਬੜੇ ਇੱਕ ਇਤਿਹਾਸ, ਇਹਦੇ ਪਿੱਛੇ ਬਹੁਤ ਵੱਡਾ ਇਤਿਹਾਸ ਹੈ ਕਿ ਉਸ ਵੇਲੇ ਨਨਕਾਣਾ ਸਾਹਿਬ ਦੇ ਵਿੱਚ ਮਹੰਤ ਦਾ ਕਬਜ਼ਾ ਸੀਗਾ ਅਤੇ ਇਹ ਵੀ ਕਿਹਾ ਜਾਂਦਾ ਕਿ ਬਾਗ ਦੇ ਵਿੱਚੋਂ ਜਿਹੜੀਆਂ ਲੱਕੜਾਂ ਉਹ ਚੁੱਕੀਆਂ, ਚੋਰੀ ਕੀਤੀਆਂ, 50 ਰੁਪਏ 100 ਰੁਪਏ ਫਾਈਨ ਵੀ ਕੀਤਾ। ਬੜਾ ਲੰਬਾ ਇਤਿਹਾਸ ਹੈ, ਤੁਸੀਂ ਸਾਰਾ ਜਾਣਦੇ ਹੋ, ਮੈਂ ਉਸ ਪਾਸੇ ਵੱਲ ਨਾ ਜਾਵਾਂ, ਇੱਥੇ ਆਵਾਂ ਮੁੜ ਕੇ। ਸੋ ਉਹਦੇ ਵਿੱਚ ਵੀ ਜਿਹੜਾ ਇੱਕ ਐਜੀਟੇਸ਼ਨ ਹੋਇਆ ਸੀਗਾ, ਇੱਕ ਰੋਸ ਮਾਰਚ ਵੀ ਹੋਇਆ ਸੀਗਾ, ਸੋ ਪ੍ਰੋਟੈਸਟ ਹੋਇਆ ਸੀਗਾ। ਸੋ ਉੱਥੋਂ ਕੈਦ ਕਰਕੇ ਜਾਂ ਫੜ ਕੇ ਸਾਰਿਆਂ ਨੂੰ ਅਤੇ ਉਹ ਜਿਹੜਾ ਫਿਰ ਲਿਆਂਦਾ ਜਾ ਰਿਹਾ ਸੀਗਾ। ਸੋ ਤੁਸੀਂ ਵੇਖ ਰਹੇ ਇਧਰਲੇ ਪਾਸੇ ਤੁਹਾਨੂੰ ਵਿਖਾਈਏ ਜੀ। ਸੋ ਆਹੀ ਉਹ ਨਿਸ਼ਾਨ, ਇੱਥੋਂ ਹੀ ਉਹ ਸ਼ੁਰੂ ਹੋਏ ਸੀਗੇ ਜਦੋਂ ਕਰਮ ਸਿੰਘ ਜੀ ਅਤੇ ਪ੍ਰਤਾਪ ਸਿੰਘ ਜੀ ਇੱਥੇ ਸ਼ਹੀਦ ਹੋਏ ਸਨ, ਦੋ ਸਿੰਘ। ਇੱਥੋਂ ਆਪਾਂ ਵੇਖ ਰਹੇ ਹਾਂ ਜੋ ਸਾਈਨ ਮਿਲ ਰਿਹਾ ਹੈ, ਇੱਥੋਂ ਉਹਨਾਂ ਨੇ ਇਸ ਲਾਈਨ ਦੇ ਉੱਤੇ ਲੇਟਣਾ ਸ਼ੁਰੂ ਕੀਤਾ ਸੀਗਾ ਅਤੇ ਇਸ ਲਾਈਨ ਤੋਂ ਫਿਰ ਉਹ ਲੇਟਦੇ ਹੋਏ ਹੁਣ ਆਪਾਂ ਦੂਜੇ ਪਾਸੇ ਵੱਲ ਨੂੰ ਚੱਲੀਏ, ਪੇਸ਼ਾਵਰ ਵਾਲੇ ਪਾਸੇ ਵੱਲ ਨੂੰ ਆਪਾਂ ਵੇਖੀਏ ਅਤੇ ਦੂਰ ਤੱਕ ਤੁਸੀਂ ਆਹ ਵੱਡੇ ਪਿੱਪਲ ਅਤੇ ਬੋਹੜ ਤੁਸੀਂ ਇਹ ਵੀ ਵੇਖ ਰਹੇ ਹੋ, ਇਹ ਉਸੇ ਵੇਲੇ ਦੇ ਨੇ, ਉਸੇ ਸਮੇਂ ਦੇ ਨੇ। ਸੋ ਲੇਟਦੀਆਂ ਹੋਈਆਂ ਸੰਗਤਾਂ ਜਿਹੜੀਆਂ ਸੀ ਉਹ ਦੂਰ ਤੱਕ ਲੇਟੀਆਂ ਹੋਈਆਂ ਸਨ ਕਿ ਜਿਹੜੀ ਗੱਡੀ ਆ ਉਹ ਅਸੀਂ ਇੱਥੋਂ ਦੀ ਬਿਲਕੁਲ ਨਹੀਂ ਲੰਘਣ ਦੇਣੀ, ਲੰਘੇਗੀ ਲੇਕਿਨ ਇੱਥੇ ਰੁਕ ਕੇ। ਉਹਦਾ ਕਾਰਨ ਕੀ ਸੀਗਾ ਕਿ ਜਿਨ੍ਹਾਂ ਸਿੱਖਾਂ ਨੂੰ, ਜਿਹੜੇ ਜਥਿਆਂ ਨੂੰ ਗੱਡੀ ਦੇ ਵਿੱਚ ਲਿਆਇਆ ਜਾ ਰਿਹਾ ਸੀਗਾ, ਉਹ ਭੁੱਖੇ ਹੋਣਗੇ, ਉਹ ਧਿਆਏ ਹੋਣਗੇ, ਕਿਉਂਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਕਿ ਇਹ ਕਿਸੇ ਨੂੰ ਵੀ, ਕਿਸੇ ਵੀ ਧਰਮ ਦੇ ਲੋਕਾਂ ਨੂੰ, ਕਿਸੇ ਮਜ਼ਹਬ ਦੇ ਲੋਕਾਂ ਨੂੰ ਇਹ ਭੁੱਖਿਆਂ ਧਿਆਇਆ ਨਹੀਂ ਵੇਖ ਸਕਦਾ। ਤੁਸੀਂ ਵੇਖ ਰਹੇ ਅੱਜ ਕਈ ਸਿੱਖ ਜਥੇਬੰਦੀਆਂ, ਸਿੱਖ ਚੈਨਲ ਦਾ ਵੀ ਇਹ ਕੰਮ ਹੈ ਕਿ ਕਿਤੇ ਵੀ ਲੋੜ ਪੈਂਦੀ ਗੁਰੂ ਕੇ ਲੰਗਰ ਲਾਉਣ ਦੀ, ਇਹ ਨਹੀਂ ਵੇਖਦਾ ਸਿੱਖ ਧਰਮ ਕਿ ਇਹ ਮੁਸਲਮਾਨ ਲੋਕ ਨੇ, ਇਹ ਈਸਾਈ ਲੋਕ ਨੇ, ਇਹ ਹਿੰਦੂ ਲੋਕ ਨੇ। ਸੋ ਇਹ ਨਹੀਂ ਵੇਖਦਾ ਸਿੱਖ ਚੈਨਲ ਜਿਹੜਾ ਉੱਥੇ ਜਾ ਪਹੁੰਚਦਾ ਆ ਅਤੇ ਲੰਗਰ ਲੈ ਕੇ, ਕਿਉਂਕਿ ਇੱਕ ਮਨੁੱਖਤਾ, ਇੱਕ ਹਿਊਮੈਨਿਟੀ ਨੂੰ ਇੱਕ ਪਲੇਟਫਾਰਮ 'ਤੇ ਸਿੱਖ ਚੈਨਲ ਜਿਹੜਾ ਉਹ ਲਿਆ ਰਿਹਾ ਹੈ। ਸੋ ਆਪਾਂ ਗੱਲ ਕਰ ਰਹੇ ਹਾਂ ਕਿ ਇੱਥੇ ਜਿਹੜਾ ਉਹ ਸਾਰੀਆਂ ਸਿੱਖ ਸੰਗਤਾਂ ਇਸ ਲਾਈਨ ਦੇ ਉੱਤੇ ਉਹ ਲੇਟੀਆਂ ਹੋਈਆਂ ਸਨ। ਸੋ ਉਹਨਾਂ ਨੂੰ ਕਿਹਾ ਸੀ ਕਿ ਪ੍ਰਸ਼ਾਦਾ ਅਸੀਂ ਜ਼ਰੂਰ ਇਸ ਸਟੇਸ਼ਨ 'ਤੇ ਟ੍ਰੇਨ ਰੋਕ ਕੇ ਉਹ ਛਕਾਇਆ ਜਾਏਗਾ, ਜਲ ਛਕਾਇਆ ਜਾਏਗਾ ਅਤੇ ਉਸ ਤੋਂ ਬਾਅਦ ਤੁਸੀਂ ਜ਼ਰੂਰ ਅੱਗੇ ਚਲੇ ਜਾਇਓ ਜੀ ਅਤੇ ਆਪਣੀ ਗੱਡੀ ਉਸੇ ਤਰ੍ਹਾਂ ਤੁਸੀਂ ਅੱਗੇ ਲੈ ਜਾਇਓ। ਕਿਸੇ ਨੂੰ ਛਡਾਉਣ ਦੀ ਗੱਲ ਨਹੀਂ ਸੀਗੀ ਅਤੇ ਕੋਈ ਇੱਦਾਂ ਦੀ ਗੱਲ ਨਹੀਂ ਸੀਗੀ, ਕੋਈ ਕਿਸੇ 'ਤੇ ਅਟੈਕ ਕਰਨ ਦੀ ਗੱਲ ਨਹੀਂ ਸੀ। ਸਿਰਫ ਇੱਕ ਉਦੋਂ ਵੀ ਸਟੇਸ਼ਨ ਮਾਸਟਰ ਨੂੰ ਬੇਨਤੀ ਕੀਤੀ ਗਈ ਸੀਗੀ ਕਿ ਜੇ ਗੱਡੀ ਇੱਥੇ ਰੁਕ ਜਾਵੇ ਅਤੇ ਜਿਹੜੀਆਂ ਉਹ ਸੰਗਤਾਂ ਆ ਰਹੀਆਂ ਨੇ ਗੱਡੀ ਦੇ ਵਿੱਚ, ਜਿਨ੍ਹਾਂ ਨੂੰ ਫੜ ਕੇ ਗੱਡੀ ਦੇ ਵਿੱਚ ਲਿਜਾਇਆ ਜਾ ਰਿਹਾ ਹੈ, ਅਤੇ ਅਸੀਂ ਉਹਨਾਂ ਨੂੰ ਇੱਥੇ
ਲੰਗਰ ਪ੍ਰਸ਼ਾਦਾ ਜਿਹੜਾ ਉਹ ਜ਼ਰੂਰ ਛਕਾ ਦਿਆਂਗੇ ਤੇ ਉਹ ਭੁੱਖੇ ਧਿਆਏ ਹੋਣਗੇ ਤੇ ਉਹ ਛਕ ਕੇ ਤੁਸੀਂ ਫਿਰ ਅੱਗੇ ਚਲੇ ਜਾਇਓ। ਪਰ ਹਕੂਮਤ ਇਸ ਤਰ੍ਹਾਂ ਦੀ ਸੀ ਕਿ ਕੋਈ ਗੱਲ ਜਿਹੜੀ ਉਹ ਮੰਨੀ ਨਹੀਂ ਗਈ। ਜਦੋਂ ਨਹੀਂ ਮੰਨੀ ਗਈ ਤੇ ਫਿਰ ਸਿੱਖ ਸੰਗਤਾਂ ਜਿਹੜੀਆਂ ਸੀਗੀਆਂ ਇਸੇ ਲਾਈਨ ਤੇ ਉਹ ਫਿਰ ਲੇਟ ਗਈਆਂ ਸੀਗੀਆਂ। ਸੋ ਇੱਧਰ ਪਹਿਲੇ ਪਾਸੇ ਆਪਾਂ ਵੇਖਦੇ ਹਾਂ ਕਿ ਜਿੱਥੇ ਕੋ ਸਾਈਨ ਦਿੱਤਾ ਗਿਆ ਹੈ ਇੱਥੋਂ ਲੇਟਣੇ ਸ਼ੁਰੂ ਹੋਏ ਸਨ। ਸੋ ਕਰਮ ਸਿੰਘ ਤੇ ਪ੍ਰਤਾਪ ਸਿੰਘ ਜਿਹੜੇ ਸੀਗੇ ਉਹ ਦੋ ਅੱਗੇ ਸੀਗੇ ਜਿਨ੍ਹਾਂ ਦੀ ਸ਼ਹੀਦੀ ਇੱਥੇ ਹੋ ਗਈ ਸੀਗੀ। ਸੋ ਉਹ ਸ਼ਹੀਦ ਹੋ ਗਏ ਸਨ। ਸੋ ਗੱਡੀ ਫਿਰ ਰੁਕ ਗਈ ਸੀਗੀ ਤੇ ਗੱਡੀ ਰੋਕ ਲਈ ਗਈ ਤੇ ਰੁਕਣੀ ਪਈ ਤੇ ਫਿਰ ਉੱਥੇ ਜਿਹੜੀਆਂ ਸਿੱਖ ਸੰਗਤਾਂ ਸਨ ਉਹਨਾਂ ਨੂੰ ਪ੍ਰਸ਼ਾਦਾ ਜਿਹੜਾ ਉਹ ਛਕਾਇਆ ਗਿਆ ਸੇਵਕਾਂ ਦੇ ਵੱਲੋਂ। ਸੋ ਇਹ ਅੱਜ ਦਾ ਸੰਖੇਪ ਜਿਹਾ ਇਤਿਹਾਸ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ। ਸੋ ਬਿਲਕੁਲ ਕਦੇ ਸਾਡੇ ਮਨ ਵਿੱਚ ਵੀ ਇਹ ਹੁੰਦਾ ਸੀ ਕਿ ਜਿਹੜੀਆਂ ਸਾਡੀਆਂ ਇਤਿਹਾਸਕ ਜਗ੍ਹਾ ਨੇ ਉਹਨਾਂ ਨੂੰ ਅਸੀਂ ਵੇਖੀਏ ਤੇ ਕਿਵੇਂ ਵੇਖਾਂਗੇ ਕਿ ਕੀ ਅਸੀਂ ਉੱਥੇ ਕਿਸ ਤਰ੍ਹਾਂ ਜਾ ਸਕਦੇ ਹਾਂ। ਅੱਜ ਮੈਂ ਵੀ ਇਸ ਜਗ੍ਹਾ 'ਤੇ ਖੜਾ ਹਾਂ। ਕਦੀ ਮੈਂ ਮੀਡੀਆ ਰਾਹੀਂ ਕਦੀ ਅਖਬਾਰਾਂ ਰਾਹੀਂ ਇਹਨੂੰ ਵੇਖਿਆ ਕਰਦਾ ਸੀ, ਲੇਕਿਨ ਅੱਜ ਮੈਂ ਉਸ ਜਗ੍ਹਾ 'ਤੇ ਬਿਲਕੁਲ ਖੜਾ ਹੈ। ਸਿੱਖ ਚੈਨਲ ਦਾ ਬਹੁਤ ਧੰਨਵਾਦ ਹੈ। ਸਿੱਖ ਚੈਨਲ ਤੁਹਾਡੇ ਵਾਸਤੇ ਹੀ ਹੈ। ਅਸੀਂ ਹੋਰ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਪਲੇਸਿਸ ਜਿਹੜੀਆਂ ਨੇ ਇੱਥੇ ਪਾਕਿਸਤਾਨ ਦੇ ਵਿੱਚ ਕੋਸ਼ਿਸ਼ ਕਰਾਂਗੇ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਨੂੰ ਜੋੜ ਸਕੀਏ। ਸੋ ਤੁਸੀਂ ਵੇਖੋ ਇੱਥੇ ਮੈਂ ਸਾਹਮਣੇ ਤੁਹਾਨੂੰ ਵਿਖਾਵਾਂ ਕਿ ਪਹਾੜੀ ਜਿਹੜੀ ਬਿਲਕੁਲ ਇਹਦੇ ਸਾਹਮਣੇ ਪੈ ਰਹੀ ਹੈ ਹਸਨ ਅਬਦਾਲ ਦੀ ਇਹ ਪਹਾੜੀ ਹੈ ਜੀ। ਇੱਧਰਲੇ ਪਾਸੇ ਇੱਕ ਬਹੁਤ ਵੱਡੀ ਕਾਰ ਪਾਰਕ ਜਿਹੜੀ ਉਹ ਬਣ ਰਹੀ ਆ ਸਟੇਸ਼ਨ 'ਤੇ। ਸੋ ਇਹਦਾ ਜਿਹੜਾ ਹੈ ਕੰਸਟਰਕਸ਼ਨ ਦਾ ਕੰਮ ਉਹ ਚੱਲ ਰਿਹਾ ਵਾ। ਸੋ ਆਪਾਂ ਵੇਖਦੇ ਹਾਂ ਕਿ ਹੁਣ ਇਸ ਵੇਲੇ ਬੜੀ ਉਧੇੜ ਬੁਣ ਇੱਥੇ ਹੋਈ ਪਈ ਆ। ਸੋ ਇਹ ਬੜੀ ਚੰਗੀ ਗੱਲ ਆ ਕਿ ਜਿਹੜਾ ਸਟੇਸ਼ਨ ਹੈ ਉਹਨੂੰ ਨਵਾਂ ਬਣਾਇਆ ਜਾ ਰਿਹਾ। ਸੋ ਆਪਾਂ ਵੇਖਦੇ ਹਾਂ ਕਿ ਇਹ ਪਹਾੜੀ ਆ, ਪਿਛਲੇ ਪਾਸੇ ਜਿਹੜਾ ਉਹ ਸ਼ਹਿਰ ਹੈ ਸਾਰਾ ਹੀ। ਸੋ ਇਹ ਤੋਂ ਬਾਅਦ ਆਪਾਂ ਇੱਥੋਂ ਦੇ ਜਿਹੜੇ ਕੰਸਟਰਕਸ਼ਨ ਕਰਾ ਰਹੇ ਨੇ ਜਾਂ ਇੱਥੋਂ ਦੀ ਸਿਕਿਉਰਿਟੀ ਹੈ ਜਾਂ ਇੱਥੋਂ ਦੇ ਵਸਨੀਕ ਜਿਹੜੇ ਨੇ ਜਿਹੜੇ ਕਿ ਇੱਥੇ ਕੰਮ ਕਰਦੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅੱਗੇ ਚੱਲ ਕੇ। ਸੋ ਆਓ ਹੁਣ ਤੁਹਾਨੂੰ ਅਸੀਂ ਅੱਗੇ ਲੈ ਚੱਲੀਏ। ਸੋ ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਾਂਗੇ। ਤੁਸੀਂ ਵੇਖ ਰਹੇ ਹੋ ਇੱਧਰਲੇ ਮੇਰੇ ਪਾਸੇ ਕਿ ਬਿਲਕੁਲ ਰੇਲਵੇ ਸਟੇਸ਼ਨ ਜਿਹੜਾ ਉਹਦੀ ਨਵੀਂ ਇਮਾਰਤ ਨਵੀਂ ਬਿਲਡਿੰਗ ਜਿਹੜੀ ਆ ਉਹ ਤਿਆਰ ਹੋ ਰਹੀ ਆ, ਜਿਹਦਾ ਤੁਸੀਂ ਨਕਸ਼ਾ ਵੇਖੋ ਕਿ ਨਕਸ਼ਾ ਤਿਆਰ ਕਰਨ ਵਾਲੇ ਨੇ ਉਹਦਾ ਡਿਜ਼ਾਈਨ ਜਿਹੜਾ ਹੈਗਾ ਕੰਸਟਰਕਸ਼ਨ ਕਰਨ ਵਾਲਿਆਂ ਨੇ ਇਹ ਕਿਸ ਤਰ੍ਹਾਂ ਨੂੰ ਤਿਆਰ ਕਰ ਰਹੇ ਨੇ ਜਿਵੇਂ ਕਿ ਇੱਕ ਗੁਰਦੁਆਰੇ ਦੀ ਸ਼ਕਲ ਦੇ ਵਿੱਚ ਹੀ ਉਹ ਪੁਰਾਣਾ ਡਿਜ਼ਾਈਨ ਉਹ ਪੁਰਾਣੀਆਂ ਇਹਦੀਆਂ ਟੈਕਨੀਕਾਂ ਜਿਹੜੀਆਂ ਨੇ ਉਹਨਾਂ ਨੂੰ ਵਿੱਚ ਵਰਤਿਆ ਗਿਆ। ਸੋ ਇਹਦੇ ਅੰਦਰ ਚੱਲ ਕੇ ਵੀ ਅਸੀਂ ਵੇਖਾਂਗੇ ਕਿ ਯਾਤਰੀਆਂ ਦੀ ਸਹੂਲਤ ਵਾਸਤੇ ਇਹਨੂੰ ਕਿਸ ਤਰ੍ਹਾਂ ਤਿਆਰ ਕੀਤਾ ਗਿਆ, ਕਿਸ ਤਰ੍ਹਾਂ ਇਹ ਤਿਆਰ ਹੋ ਰਿਹਾ, ਕਦੋਂ ਕਿ ਖੁੱਲ੍ਹੇਗਾ, ਇਹਦੀ ਓਪਨਿੰਗ ਸੈਰੇਮਨੀ ਕਦੋਂ ਕੁ ਹੋਵੇਗੀ ਤੇ ਜਿਹੜੇ ਇੱਥੋਂ ਫਿਰ ਲੋਕ ਇਸ ਸਟੇਸ਼ਨ ਤੋਂ ਆ ਜਾ ਸਕਣਗੇ। ਇਹ ਅਸੀਂ ਅੱਗੇ ਚੱਲ ਕੇ ਜ਼ਰੂਰ ਤੁਹਾਨੂੰ ਆਓ ਵਿਖਾਉਂਦੇ। ਸੋ ਬਿਲਕੁਲ ਅਸੀਂ ਇਸ ਵੇਲੇ ਜੋ ਪਿੱਛੇ ਤੁਸੀਂ ਕੰਸਟਰਕਸ਼ਨ ਦਾ ਕੰਮ ਬਿਲਡਿੰਗ ਤਿਆਰ ਹੋ ਰਹੀ ਹੈ ਰੇਲਵੇ ਸਟੇਸ਼ਨ ਦੀ ਹਸਨ ਅਬਦਾਲ ਰੇਲਵੇ ਸਟੇਸ਼ਨ ਜਿਹੜਾ ਜੀ ਉਹਦੇ ਬਿਲਕੁਲ ਅਸੀਂ ਇੱਧਰਲੇ ਪਾਸੇ ਖੜ੍ਹੇ। ਪਿਛਲੇ ਪਾਸੇ ਤੁਸੀਂ ਵੇਖ ਰਹੇ ਹੋ ਬਿਲਡਿੰਗ ਜਿਹੜੀ ਤਿਆਰ ਹੋ ਰਹੀ ਹੈ। ਤੋ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਜੋ ਸਾਰਾ ਕੰਸਟਰਕਸ਼ਨ ਦਾ ਕੰਮ ਚਲਾ ਰਹੇ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰੀਏ ਜੀ। ਹਾਂਜੀ, ਆਪਣਾ ਨਾਮ ਕੀ ਜੀ? ਮੇਰਾ ਨਾਮ ਜੀ ਉਮਰ ਫਿਆਜ਼ ਤੇ ਸਾਡੀ ਕੰਪਨੀ ਦਾ ਨਾਮ ਹੈ HMS ਇੰਟਰਪ੍ਰਾਈਜ਼ਿਸ। ਅਸੀਂ ਇਹ ਮੇਨ ਕੰਟਰੈਕਟਰ ਹਾਂ, ਗੌਰਮੈਂਟ ਕੰਟਰੈਕਟਰ ਹਾਂ ਅਤੇ ਅਸੀਂ ਸਾਰਾ ਬਣਾ ਰਹੇ ਹਾਂ ਸਟੇਸ਼ਨ ਤੁਹਾਡੇ ਵਾਸਤੇ, ਸਿੱਖ ਯਾਤਰੀਆਂ ਵਾਸਤੇ, ਸਿੱਖ ਕਮਿਊਨਿਟੀ ਵਾਸਤੇ। ਅਤੇ ਬੜੇ ਮਾਸ਼ਾਅੱਲਾ ਬਹੁਤ ਅੱਛਾ ਡਿਜ਼ਾਇਨ ਆ
ਜਿਹੜਾ ਤੁਹਾਡੇ ਵਾਸਤੇ ਮਜ਼ਹਬ ਦੇ ਮੁਤਾਬਕ ਜਿਹੜਾ ਉਹਨਾਂ ਨੇ ਗੁਰਦੁਆਰੇ ਨੂੰ ਸ਼ੇਪ ਦਿੱਤੀ ਹੈ ਤੇ ਅਸੀਂ ਇਨਸ਼ਾਅੱਲਾ ਜਲਦੀ ਤੋਂ ਜਲਦ ਇਹਨੂੰ ਕੰਪਲੀਟ ਕਰਾਂਗੇ ਤੁਹਾਡੀ ਸਹੂਲਤ ਵਾਸਤੇ। ਉਮਰ ਫਿਆਜ਼ ਜੀ, ਇਹ ਗੱਲ ਜਦੋਂ ਮੈਂ ਕਰਾਂ ਕਿ ਮੈਨੂੰ ਐਵੇਂ ਲੱਗਦਾ ਤੁਹਾਡੀ ਬੋਲੀ ਤੋਂ ਕਿ ਤੁਸੀਂ ਕਿੱਥੇ ਜਲੰਧਰ ਦੇ ਆਸ-ਪਾਸ ਤੇ ਮੈਨੂੰ ਜਾਪਦਾ। ਜੀ ਮੇਰੇ ਮਾਂ ਜਿਹੜੀ ਜਲੰਧਰ ਤੋਂ ਆ ਤੇ ਬਾਪ ਜੀ ਉਹ ਹੁਸ਼ਿਆਰਪੁਰ ਤੋਂ, ਤੇ ਬਿਲਕੁਲ ਸਾਡੀ ਬੋਲੀ ਇੱਕੋ ਜਿਹੀ ਹੈ ਤੇ ਬੜਾ ਮਜ਼ਾ ਆਉਂਦਾ ਤੁਹਾਡੇ ਨਾਲ ਗੱਲ ਕਰਕੇ ਕਿ ਆਪਣੀ ਲਹਿਜੇ ਨਾਲ, ਆਪਣੀ ਬੋਲੀ ਨਾਲ ਮਤਲਬ ਕਿ ਅਸੀਂ ਪਿਆਰ ਕਰਦੇ ਹਾਂ। ਬੜਾ ਅੱਛਾ ਲੱਗਦਾ ਜਦੋਂ ਕੋਈ ਸਾਡਾ ਆਪਣਾ ਕੋਈ ਉੱਧਰੋਂ ਆਵੇ। ਸੋ ਤੁਹਾਡੇ ਕਹਿਣ ਤੋਂ ਭਾਵ ਕਿ ਤੁਹਾਡਾ ਜਿਹੜਾ ਹੁਸ਼ਿਆਰਪੁਰ ਬਾਪ ਤੁਹਾਡੇ ਉੱਥੇ ਰਿਹਾ ਕਰਦੇ ਸਨ ਤੇ ਤੁਹਾਡੇ ਮਾਤਾ ਜੀ ਤੇ ਤੁਹਾਡੇ ਬਾਪ ਜਲੰਧਰ ਵਿਆਹੇ ਹੋਏ ਸਨ। ਸੋ ਬੜੀ ਮਿੱਠੀ ਬੋਲੀ ਹੈ, ਬੜਾ ਪਿਆਰਾ ਅੰਦਾਜ਼ ਹੈ, ਕਿਉਂਕਿ ਜਦੋਂ ਤੁਸੀਂ ਬੋਲੀ ਨਾ ਕਿਸੇ ਨੂੰ ਮਿਲਦੇ ਹੋ ਤੇ ਤੁਸੀਂ ਝੱਟ ਪਹਿਚਾਣ ਜਾਂਦੇ ਹੋ ਕਿ ਸਾਡੇ ਇਲਾਕੇ ਦਾ ਬੰਦਾ ਹੈ। ਸੋ ਆਪਾਂ ਵੇਖਿਆ ਕਿ ਬੋਲੀ ਹੀ ਇੱਕ ਐਸੀ ਹੈ ਜਿਹੜੀ ਕਿ ਸਾਨੂੰ ਪਿਆਰ ਦੇ ਨਾਲ ਅੰਦਰੋਂ ਸਾਨੂੰ ਪ੍ਰਮਾਤਮਾ ਦੇ ਨਾਲ ਜੋੜਦੀ ਆ ਔਰ ਬੋਲੀ ਹੀ ਗੱਠ ਜੋੜ ਸਾਡਾ ਕਰਾਉਂਦੀ ਆ। ਸੋ ਮੈਂ ਪੁੱਛਣਾ ਚਾਹਾਂਗਾ ਜਿਵੇਂ ਇਹ ਕੰਸਟਰਕਸ਼ਨ ਹੋ ਰਹੀ ਹੈ ਜੀ ਸਟੇਸ਼ਨ ਦੀ, ਜਿਵੇਂ ਤੁਸੀਂ ਦੱਸਿਆ ਕਿ ਇਹਦਾ ਜਿਹੜਾ ਨਕਸ਼ਾ ਤਿਆਰ ਕੀਤਾ ਗਿਆ ਔਰ ਬਿਲਡਿੰਗ ਬਿਲਕੁਲ ਜਿਸ ਤਰ੍ਹਾਂ ਗੁਰਦੁਆਰਾ ਇਸ ਤਰ੍ਹਾਂ ਦੀ ਉਹ ਅਜੇ ਲੱਗ ਰਹੀ ਆ, ਇਹ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ? ਸਰ ਇਹ ਦਿਮਾਗ ਗੌਰਮੈਂਟ ਦਾ ਡਿਜ਼ਾਈਨ ਆ ਤੇ ਗੌਰਮੈਂਟ ਨੇ ਦੇਖਿਆ ਕਿ ਇੱਥੇ ਸਾਰੇ ਜਿੰਨੇ ਵੀ ਆਉਂਦੇ ਆ ਸਾਰੇ ਸਿੱਖ ਯਾਤਰੀਆਂ ਵਾਸਤੇ ਸਪੈਸ਼ਲ ਬਣਾਈ ਗਈ ਆ ਤੇ ਉਹਨੂੰ ਉਹਨਾਂ ਦੀ ਮਤਲਬ ਕਿ ਮਜ਼ਹਬੀ ਲਿਹਾਜ਼ ਨਾਲ ਵੀ ਉਹਨੂੰ ਫਾਲੋ ਕੀਤਾ ਗਿਆ ਤੇ ਉਹਦੇ ਡਿਜ਼ਾਈਨ 'ਚ ਉਹਦੇ ਸਾਰਾ ਚੀਜ਼ਾਂ ਨੂੰ ਬੜੇ ਮਲਹੂਜ਼ੇ ਖਾਤਰ ਰੱਖ ਕੇ ਤੇ ਫਿਰ ਹੀ ਇਹਨੂੰ ਡਿਜ਼ਾਈਨ ਕੀਤਾ ਗਿਆ। ਤੇ ਉਹ ਇਸ ਕਰਕੇ ਕਿ ਤੁਹਾਡੇ ਵਾਸਤੇ ਤੁਹਾਨੂੰ ਵੀ ਥੋੜ੍ਹਾ ਜਿਹਾ ਪਤਾ ਲੱਗੇ ਕਿ ਅਸੀਂ ਤੁਹਾਡੇ ਨਾਲ ਕਿੰਨਾ ਪਿਆਰ ਕਰਦੇ ਹਾਂ, ਸਾਡੀ ਗੌਰਮੈਂਟ ਤੁਹਾਡੇ ਨਾਲ ਕਿੰਨਾ ਪਿਆਰ ਕਰਦੀ ਆ। ਤੇ ਬਿਲਕੁਲ ਮਤਲਬ ਕਿ ਬਹੁਤ ਅੱਛੀ, ਬਹੁਤ ਡਿਜ਼ਾਈਨ, ਬਹੁਤ ਆਲਾ ਡਿਜ਼ਾਈਨ, ਤੇ ਉਹ ਤੁਸੀਂ ਵੀ ਚੈੱਕ ਕੀਤਾ ਹੈ। ਤੇ ਪ੍ਰੇਅਰ ਰੂਮ ਵੀ ਤੁਹਾਡੇ ਵਾਸਤੇ ਬਣਾਇਆ ਅੰਦਰ, ਬਾਕੀ ਚੀਜ਼ਾਂ ਸਿਟਿੰਗ ਵਾਸਤੇ, ਸਹੂਲਤ ਵਾਸਤੇ, ਸਿਕਿਉਰਿਟੀ ਵਾਸਤੇ, ਸੇਫਟੀ ਵਾਸਤੇ, ਹਰ ਚੀਜ਼ ਨੂੰ ਇਹਨੂੰ ਮੇਨਟੇਨ ਕੀਤਾ ਗਿਆ, ਇਹਦੇ ਵਿੱਚ ਰੱਖਿਆ ਗਿਆ। ਇੱਕ ਗੱਲ ਜ਼ਰੂਰ ਮੈਂ ਪੁੱਛਣੀ ਚਾਹਾਂਗਾ, ਜਿਵੇਂ ਕਿ ਕਿਉਂਕਿ ਇੱਕ ਰੇਲਵੇ ਸਟੇਸ਼ਨ ਹੈ, ਇੱਥੋਂ ਹਰ ਯਾਤਰੀ ਨੇ, ਹਰ ਧਰਮ ਦੇ ਯਾਤਰੀ ਨੇ ਇੱਥੋਂ ਗੱਡੀ ਦੇ ਵਿੱਚ ਸਵਾਰ ਹੋਣਾ ਆ ਜੀ। ਹਾਂ, ਇੱਥੇ ਜਿਹੜਾ ਇਤਿਹਾਸ ਉਹ ਇੱਕ ਸਿੱਖ ਜਿਹੜੀਆਂ ਸੰਗਤਾਂ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ। ਜੀ। ਸੋ ਤੁਸੀਂ ਪ੍ਰੈਫਰੈਂਸ ਜਿਹੜੀ ਹੈ ਇਸ ਚੀਜ਼ ਨੂੰ ਦਿੱਤੀ ਹੈ ਕਿ ਇੱਥੋਂ ਦਾ ਜਿਹੜਾ ਇਤਿਹਾਸ ਹੈ ਇਸ ਰੇਲਵੇ ਸਟੇਸ਼ਨ ਦਾ, ਉਹ ਹਮੇਸ਼ਾ ਵਾਸਤੇ ਉਹ ਜਿਉਂਦਾ ਰਹੇਗਾ, ਕਿਉਂਕਿ ਪੰਨਿਆਂ ਦੇ ਵਿੱਚ ਤਾਂ ਉਹ ਜਿਉਂਦਾ ਹੀ ਹੈ, ਲੇਕਿਨ ਜੋ ਸਟੇਸ਼ਨ ਵੀ ਇਹਨੂੰ ਆਪਾਂ ਵੇਖਾਂਗੇ, ਇਹਦੀ ਬਿਲਕੁਲ ਇਮਾਰਤ ਵੀ ਵੇਖਾਂਗੇ, ਸੋ ਐਵੇਂ ਲੱਗੇਗਾ ਕਿ ਇੱਥੇ ਕੋਈ ਸਿੱਖ ਹਿਸਟਰੀ ਜਿਹੜੀ ਇੱਥੇ ਹੈ। ਜੇ ਕਿਸੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਨਹੀਂ ਵੀ ਪਤਾ, ਸੋ ਉਹ ਵੀ ਪਤਾ ਲੱਗੇਗਾ ਕਿ ਸਿੱਖ ਹਿਸਟਰੀ ਇੱਥੇ ਕੋਈ ਵਾਪਰੀ ਸੀ, ਕੋਈ ਇੱਥੇ ਭਾਣਾ ਵਾਪਰਿਆ ਸੀਗਾ, ਕਿ ਤਾਂ ਇਸ ਤਰ੍ਹਾਂ ਦੀ ਇਹ ਚੀਜ਼ ਹੈ। ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ, ਜਿਵੇਂ ਕਿ ਹੁਣ ਇਮਰਾਨ ਸਰਕਾਰ ਦੇ ਵੱਲੋਂ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਮ ਜਿਹੜਾ ਉਹ ਬਦਲ ਕੇ ਗੁਰੂ ਨਾਨਕ ਸਾਹਿਬ ਰੇਲਵੇ ਸਟੇਸ਼ਨ ਜਿਹੜਾ ਰੱਖ ਦਿੱਤਾ ਗਿਆ, ਤੁਸੀਂ ਆਸ ਰੱਖਦੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਦੇ ਇਹਦਾ ਵੀ ਨਾਂ ਕੁਛ ਇਸ ਤਰ੍ਹਾਂ ਦਾ, ਜਾਂ ਇੱਥੇ ਜੋ ਸਾਕਾ ਵਾਪਰਿਆ ਸੀਗਾ ਉਹਦੇ ਸੰਬੰਧਿਤ ਉਹਦੇ ਨਾਲ ਕੋਈ ਰੱਖਿਆ ਜਾ ਸਕਦਾ ਹੈ? ਜੀ ਬਿਲਕੁਲ, ਕਿਉਂ ਨਹੀਂ, ਇਹ ਬਿਲਕੁਲ ਇਹ ਸਹੀ ਹੈ। ਇੱਥੇ ਸ੍ਰੀ ਪੰਜਾ ਸਾਹਿਬ ਜ਼ਿਆਦਾ ਮਸ਼ਹੂਰ ਆ ਸਾਡੇ ਇੱਥੇ ਜਿਹਨਾਂ ਦਾ ਗੁਰਦੁਆਰਾ, ਤੇ ਲੋਕ ਉਹਨਾਂ ਦੀ ਵਜ੍ਹਾ ਨਾਲ ਇੱਥੇ ਆਉਂਦੇ ਆ, ਉਹਨਾਂ ਨੂੰ ਜ਼ਿਆਰਤ ਕਰਨ ਆਉਂਦੇ ਆ, ਉਹਨਾਂ ਨੂੰ ਦੇਖਣ ਆਉਂਦੇ ਆ। ਤੇ ਗੌਰਮੈਂਟ ਦਾ ਇਹ ਡਿਸੀਜਨ ਹੈ, ਜੇ ਅਗਰ ਉਹ ਬਿਹਤਰ ਸਮਝਣਾ ਚਾਹੀਦਾ ਕਿ ਇਹਦਾ ਨਾਮ ਵੀ ਬਿਲਕੁਲ ਜਿਸ ਤਰ੍ਹਾਂ ਗੁਰਦੁਆਰਾ ਉਹ ਨਨਕਾਣਾ ਸਾਹਿਬ ਦੇ ਨਾਂ ਤੋਂ ਰੱਖਿਆ, ਇਹ ਵੀ ਇਨਸ਼ਾਅੱਲਾ ਉਮੀਦ ਹੈ ਕਿ ਇਹਨਾਂ ਦਾ ਨਾਮ ਵੀ ਇਸੇ ਸਿੱਖਾਂ ਦੇ ਨਾਂ ਤੋਂ ਜਾਂ ਜਿਹੜੇ ਇੱਥੇ ਸ਼ਹੀਦ ਹੋਏ ਆ ਉਹਨਾਂ ਦੇ ਨਾਂ ਤੋਂ ਰੱਖਿਆ ਜਾਏਗਾ, ਕਿ ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਰੱਖਿਆ ਜਾਵੇ। ਉਹਨਾਂ ਦੀ ਕੁਰਬਾਨੀਆਂ ਦਿੱਤੀਆਂ ਤੇ ਇਹ ਸਾਰਾ ਸਿਸਟਮ ਸਾਡੇ ਕੋਲ ਮਤਲਬ ਕਿ ਹੈ ਇਸ ਟਾਈਮ। ਕੁਝ ਆਪਣੇ ਨਾਲ ਇੱਥੋਂ ਦੇ ਵੀ ਵਸਿੰਦੇ ਜਿਹੜੇ ਜੁੜੇ ਹੋਏ ਨੇ, ਥੋੜ੍ਹਾ ਜਿਹਾ ਆਪਾਂ ਉਹਨਾਂ ਨੂੰ ਵੀ ਉਹਨਾਂ ਤੋਂ ਵੀ ਜਾਣਕਾਰੀ ਲੈ ਲਈਏ ਜੀ। ਸੋ ਇਹਦੇ ਬਾਰੇ ਤੁਹਾਡਾ ਨਾਮ ਪਹਿਲਾਂ ਦੱਸੋ ਕੀ ਹੈ ਜੀ? ਮੇਰਾ ਨਾਮ ਮੁਹੰਮਦ ਅਸ਼ਰਫ ਹੈ ਜੀ। ਮੁਹੰਮਦ ਅਸ਼ਰਫ ਜੀ ਸਾਡੇ ਨਾਲ ਜੁੜੇ ਹੋਏ ਨੇ। ਸੋ ਕਿਵੇਂ ਤੁਹਾਨੂੰ ਲੱਗਦਾ ਕਿ ਜਦੋਂ ਇਹ ਸਾਕਾ ਵਾਪਰਿਆ ਹੋਏਗਾ ਉਸ ਸਮੇਂ ਦੇ ਵਿੱਚ, ਤੇ ਤੁਹਾਡੇ ਬਜ਼ੁਰਗਾਂ ਨੇ ਇਹ ਜ਼ਰੂਰ ਉਹ ਤੱਕਿਆ ਹੋਏਗਾ ਇਹ ਜਿਹੜਾ ਸਾਕਾ ਇੱਥੇ ਦਾ ਹੋਇਆ ਵਾ, ਤੇ ਕੁਝ ਗੱਲਬਾਤ ਤੁਹਾਡੀ ਪਰਿਵਾਰ ਦੇ ਵਿੱਚ, ਜਾਂ ਜਦੋਂ ਤੁਸੀਂ ਇੱਥੇ ਆਉਂਦੇ ਹੋ, ਇੱਥੋਂ ਦੀ ਲੰਘਦੇ ਵੜਦੇ ਹੋ, ਕਿ ਤੁਹਾਡੇ ਮਨ ਅੰਦਰ ਆਉਂਦਾ ਕਿ ਇੱਥੇ ਕੀ ਸਾਕਾ ਵਾਪਰਿਆ ਸੀ? ਜ਼ਾਹਿਰ ਹੈ ਜੀ, ਉਸ ਟਾਈਮ ਲੋਕਾਂ ਨੇ ਆਪਣੀ ਕੁਰਬਾਨੀਆਂ ਦਿੱਤੀਆਂ ਸੀ ਇਸੇ ਵਾਸਤੇ ਕਿ ਯਾਦ ਤਾਜ਼ਾ ਰਹੇ। ਉਸ ਯਾਦ ਨੂੰ, ਉਹ ਲੋਕ ਤਾਂ ਇਸ ਦੁਨੀਆ ਤੋਂ ਸ਼ਹੀਦ ਹੋ ਗਏ, ਚਲੇ ਗਏ, ਲੇਕਿਨ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਹਕੂਮਤ, ਗੌਰਮੈਂਟ ਨੇ ਔਰ ਇੱਥੋਂ ਦੀ ਮਕਾਮੀ ਇੰਤਜ਼ਾਮੀਆਂ ਨੇ ਇਸ ਚੀਜ਼ ਦਾ ਖਿਆਲ ਰੱਖਿਆ ਕਿ ਉਹਨਾਂ ਨੇ ਉਸੀ
ਚੀਜ਼ ਨੂੰ ਡਿਵੈਲਪਮੈਂਟ ਕਰਨ ਵਾਸਤੇ ਉਹਨਾਂ ਦਾ ਡਿਜ਼ਾਈਨ ਹਿੰਦੂ ਧਰਮ ਦਾ ਔਰ ਉਹ ਸਾਰੀ ਚੀਜ਼ਾਂ ਦਾ ਖਿਆਲ ਰੱਖਿਆ ਗਿਆ। ਉਹਨਾਂ ਨੇ ਡਿਜ਼ਾਈਨ ਇਸ ਸਟਾਈਲ ਦਾ ਬਣਾਇਆ ਕਿ ਤਾਂ ਕਿ ਲੋਕ ਆਉਣ ਤਾਂ ਉਹਨਾਂ ਦੀ ਯਾਦ ਤਾਜ਼ਾ ਹੋ ਜਾਏ। ਉਹਨਾਂ ਦੀ ਫੈਸਿਲਿਟੀ ਵਾਸਤੇ ਹਰ ਅਰੇਂਜਮੈਂਟ ਕੀਤਾ ਗਿਆ, ਮਕਾਮੀ ਲੋਕਾਂ ਵਾਸਤੇ ਵੀ ਔਰ ਫਾਰਨਰ ਜੋ ਲੋਕ ਆਉਣਗੇ ਇੱਥੇ, ਤਾਂ ਕਿ ਉਹਨਾਂ ਲੋਕਾਂ ਨੂੰ ਪਤਾ ਚੱਲੇ ਕਿ ਪਾਕਿਸਤਾਨ ਦੀ ਆਵਾਮ ਸਿੱਖ ਬਰਾਦਰੀ ਨੂੰ ਕਿਤਨੀ ਪਸੰਦ ਕਰਦੀ ਹੈ ਔਰ ਉਹ ਇਹ ਜਿਹੜੀ ਸਾਡੀ ਤਕਸੀਮ ਜਿਹੜੀ ਹੈ ਇਹ ਬਸ ਕੁਛ ਲੋਕਾਂ ਦੀ ਸ਼ਾਇਦ ਵਜ੍ਹਾ ਤੋਂ ਹੋਈ ਸੀ। ਆਇਆ ਅਦਰਵਾਈਜ਼ ਕੋਈ ਮਸਲਾ ਨਹੀਂ ਸੀ ਕਿ ਇਹ ਲੋਕ ਇੱਕ ਦੂਜੇ ਤੋਂ ਕੋਈ ਨਾ दुश्मन सी, कोई इन्हों का इशू नहीं है, क्योंकि सारे लोग आप लोग भी देखो कहाँ से आए हैं, लेकिन यहाँ आपको जो प्यार मिला है या जो ही है, तो ये हुकूमत पाकिस्तान ये ख़ास स्पेशली जो है वो इधर के जो लोग हैं वो उनका प्यार है, क्योंकि वो ये चीज़ समझते हैं कि ये लोग हमारे साथ हज़ारों साल पहले रहे हैं और ये हमारा धर्म और ये सारी चीज़ें तकरीबन कामन मुश्तरक हैं, क्योंकि हज़ारों साल हम इकट्ठे रहे हैं। अभी डिस्ट्रीब्यूशन तो 70 साल 72 साल से हुई, पहले तो ये लोग इकट्ठे थे। ਸੋ ਬਿਲਕੁਲ ਜਿਹੜੀ ਗੱਲ ਇਹਨਾਂ ਨੇ ਆਖੀ ਹੈ ਕਿ ਪਹਿਲਾਂ ਸਾਰੇ ਲੋਕ ਇਕੱਠੇ ਜਿਹੜੇ ਉਧਰ ਵੀ ਚਲੇ ਗਏ ਨੇ ਬਟਵਾਰੇ ਤੋਂ ਬਾਅਦ, ਕੁਝ ਇੱਧਰ ਆ ਗਏ ਨੇ, ਤੋ ਇੱਕ ਥਾਂ ਇਕੱਠੇ ਖੇਡਦੇ ਰਹੇ ਆ, ਇਕੱਠੇ ਪੜ੍ਹਦੇ ਰਹੇ ਆ, ਇਕੱਠਾ ਉਹਨਾਂ ਦਾ ਖਾਣ ਪੀਣ ਰਹਿਣ ਸਹਿਣ ਜਿਹੜਾ ਸੀਗਾ ਉਹ ਇਕੱਠਾ ਹੀ ਸੀਗਾ। ਇਹ ਠੀਕ ਹੈ ਕਿ ਕੋਈ 70 ਕੁ ਸਾਲ ਤੋਂ ਜਾਂ ਉਸ ਤੋਂ ਜ਼ਿਆਦਾ ਥੋੜ੍ਹਾ ਜਿਹਾ ਟਾਈਮ ਹੋ ਗਿਆ ਕਿ ਅਸੀਂ ਇੱਕ ਦੂਸਰੇ ਤੋਂ ਵੱਖ ਹੋ ਗਏ ਹਾਂ, ਲੇਕਿਨ ਜਦੋਂ ਅਸੀਂ ਇੱਥੇ ਆ ਕੇ ਵੇਖਦੇ ਹਾਂ ਉਹੀ ਬੋਰਡ, ਉਹੀ ਪਿੱਪਲ, ਉਹੀ ਜਗ੍ਹਾ, ਉਹੀ ਮਕਾਨ, ਉਹੀ ਸੱਭਿਅਤਾ, ਉਹੀ ਸਾਰਾ ਕੁਝ ਉਹੀ ਹੈ। ਸੋ ਇਹਦੇ ਵਿੱਚ ਤੁਸੀਂ ਵੇਖਦੇ ਆ ਕਿ ਸਰਕਾਰ ਦੇ ਵੱਲੋਂ ਇੱਥੇ ਦੇ ਜਿਹੜੇ ਪ੍ਰਸ਼ਾਸਨ ਆ ਉਹਨਾਂ ਦੇ ਵੱਲੋਂ ਵੀ ਜਿਹੜੇ ਸੁਰੱਖਿਆ ਦੇ ਵੀ ਸਾਡੇ ਵੀ ਇੰਤਜ਼ਾਮ ਜਿਹੜੇ ਉਹ ਸੁਰੱਖਿਆ ਦੇ ਕੀਤੇ ਹੋਏ ਨੇ। ਸੋ ਤੁਸੀਂ ਵੇਖ ਰਹੇ ਆ। ਸੋ ਇਹ ਅਸੀਂ ਇੱਕ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇੱਥੋਂ ਦੇ ਵਸਿੰਦੇ ਨੇ ਜਾਂ ਪ੍ਰਸ਼ਾਸਨ ਹੈ, ਜਿਨ੍ਹਾਂ ਨੇ ਬਿਲਕੁਲ ਕਿ ਜਿਹੜੇ ਬਾਹਰੋਂ ਵੀ ਯਾਤਰੂ ਆਉਂਦੇ ਨੇ, ਦੂਸਰੇ ਮੁਲਕਾਂ ਦੇ ਵਿੱਚੋਂ ਯਾਤਰੂ ਆਉਂਦੇ ਨੇ, ਅਤੇ ਉਹਨਾਂ ਦੀ ਸੁਰੱਖਿਆ ਦਾ ਵਿਸ਼ੇਸ਼ ਜਿਹੜਾ ਪ੍ਰਬੰਧ ਕੀਤਾ ਗਿਆ ਵਾ। ਸੋ ਅਸੀਂ ਉਹ ਵੀ ਧੰਨਵਾਦ ਬਹੁਤ ਕਰਦੇ ਹਾਂ ਜੀ। ਸੋ ਮੈਂ ਤੁਹਾਨੂੰ ਜਿਵੇਂ ਕਿ ਪੁੱਛਣਾ ਚਾਹੁੰਦਾ ਕਿ ਜੇ ਆਪਾਂ ਜੋ ਕੰਸਟਰਕਸ਼ਨ ਹੋ ਰਹੀ ਹੈ ਇਸ ਵੇਲੇ ਬਿਲਡਿੰਗ, ਉਹਨੂੰ ਅੰਦਰ ਜਾ ਕੇ ਤੁਸੀਂ ਸਾਨੂੰ ਵਿਖਾ ਸਕਦੇ ਹੋ ਕਿ ਕਿਸ ਤਰ੍ਹਾਂ ਤੁਸੀਂ ਉਹਨੂੰ ਡਿਜ਼ਾਈਨ ਕੀਤਾ, ਕਿਸ ਤਰ੍ਹਾਂ ਤੁਸੀਂ ਉਹਨੂੰ ਬਣਾ ਰਹੇ ਹੋ? ਜੀ ਜੀ ਬਿਲਕੁਲ ਜ਼ਰੂਰ। ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਗੌਰਮੈਂਟ ਪਾਕਿਸਤਾਨ ਨੇ ਤਕਰੀਬਨ 250 ਮਿਲੀਅਨ ਦੇ ਪ੍ਰੋਜੈਕਟ ਆ ਜਿਹੜਾ ਗੌਰਮੈਂਟ ਪਾਕਿਸਤਾਨ ਜਿਹੜਾ ਅਫੋਰਡ ਕਰ ਰਹੀ ਹੈ ਸਾਰਾ ਇਹ, ਤੇ ਬੜੀ ਕੋਸਟ ਵਾਲਾ ਪ੍ਰੋਜੈਕਟ ਆ, ਬੜਾ ਅੱਛਾ ਡਿਜ਼ਾਇਨ ਆ ਤੇ ਬੜਾ ਕ੍ਰਿਟੀਕਲ ਜਿਹਾ ਟਿਪੀਕਲ ਜਿਹਾ ਜਿਹੜਾ ਡਿਜ਼ਾਇਨ ਆ ਨਾ, ਇਹ ਤੇ ਕੋਸਟ ਵੀ ਉਸ ਤਰ੍ਹਾਂ ਹੀ ਲਾਈ ਆ ਤੇ ਦਿਲ ਖੁਸ਼ ਕਰ ਦਿੱਤਾ ਮਤਲਬ ਗੌਰਮੈਂਟ ਨੇ ਕਿ ਆਪਣੇ ਸਿੱਖ ਯਾਤਰੀਆਂ ਵਾਸਤੇ, ਸਿੱਖ ਕਮਿਊਨਿਟੀ ਵਾਸਤੇ, ਸਿੱਖ ਭਾਈਆਂ ਵਾਸਤੇ। ਸੋ ਬਿਲਕੁਲ ਜੀ, ਜਿਵੇਂ ਕਿ ਗੱਲ ਕਹਿਣੀ ਚਾਹੁੰਦੇ ਕਿ ਜਿਹੜਾ ਦਿਲ ਖੋਲ੍ਹ ਕੇ ਪੈਸਾ ਜਿਹੜਾ ਉਹ ਇੱਥੇ ਲਾਇਆ ਜਾ ਰਿਹਾ ਹੈਗਾ। ਸੋ ਹੁਣ ਆਪਾਂ ਅੰਦਰ ਚੱਲਦੇ ਹਾਂ ਜੀ, ਅਤੇ ਕਿਸ ਤਰ੍ਹਾਂ ਉਹਨੂੰ ਤਿਆਰ ਕੀਤਾ ਜਾ ਰਿਹਾ, ਕੀ ਉਹਦੇ ਵਿੱਚ ਪੋਰਸ਼ਨ ਨੇ, ਕਿਸ ਤਰ੍ਹਾਂ ਹੈਗਾ। ਆਓ ਤੁਹਾਨੂੰ ਹੁਣ ਜੋ ਇੱਥੇ ਦਾ ਹਸਨ ਅਬਦਾਲ ਦਾ ਨਵਾਂ ਰੇਲਵੇ ਸਟੇਸ਼ਨ ਜਿਹੜਾ ਉਹ ਬਣ ਰਿਹਾ ਜੀ, ਅਸੀਂ ਤੁਹਾਨੂੰ ਉਹ ਕੋਲੋਂ ਜਾ ਕੇ ਅਸੀਂ ਵਿਖਾਉਂਦੇ ਹਾਂ। ਸੋ ਅਸੀਂ ਹੁਣ ਇਸੇ ਜਗ੍ਹਾ 'ਤੇ ਖੜ੍ਹੇ ਹਾਂ, ਇਸੇ ਲਾਈਨ ਦੇ ਉੱਤੇ ਜਿਹੜੀਆਂ ਸਿੱਖ ਸੰਗਤਾਂ ਉਹ ਗੱਡੀ ਰੋਕਣ ਵਾਸਤੇ ਬਿਲਕੁਲ ਸ਼ਹੀਦ ਹੋਣ ਵਾਸਤੇ ਪੈ ਗਈਆਂ ਸਨ ਆਰ ਪਾਰ ਇਸ ਗੱਡੀ ਦੇ। ਸੋ ਦੋ ਸਿੰਘ ਜਿਹੜੇ ਕਰਮ ਸਿੰਘ ਅਤੇ ਪ੍ਰਤਾਪ ਸਿੰਘ ਉਹ ਉਸ ਜਗ੍ਹਾ 'ਤੇ ਉਹ ਸ਼ਹੀਦ ਹੋਏ ਸਨ, ਅਤੇ ਫਿਰ ਗੱਡੀ ਜਿਹੜੀ ਆ ਉਹ ਰੁਕ ਗਈ ਸੀਗੀ। ਸੋ ਸੰਗਤਾਂ ਨੂੰ ਫਿਰ ਲੰਗਰ ਪਾਣੀ ਜਿਹੜਾ ਉਹ ਛਕਾਇਆ ਗਿਆ ਸੀਗਾ। ਆਓ ਹੁਣ ਆਪਾਂ ਅੰਦਰ ਚੱਲਦੇ ਹਾਂ ਜੀ, ਅਤੇ ਅੰਦਰ ਚੱਲ ਕੇ ਵੇਖਦੇ ਹਾਂ ਇਹ ਜਿਹੜੀ ਰੇਲਵੇ ਸਟੇਸ਼ਨ ਦੀ ਬਿਲਡਿੰਗ ਆ ਇਹਨੂੰ ਕਿਸ ਤਰ੍ਹਾਂ ਬਣਾਇਆ ਜਾ ਰਿਹਾ। ਸੋ ਆਓ ਆਪਾਂ ਅੰਦਰ ਚੱਲੀਏ ਜੀ। ਸੋ ਹੁਣ ਆਪਾਂ ਹਸਨ ਅਬਦਾਲ ਰੇਲਵੇ ਸਟੇਸ਼ਨ ਦੇ ਅੰਦਰ ਕੰਸਟਰਕਸ਼ਨ ਦਾ ਕੰਮ ਤੁਸੀਂ ਵੇਖ ਰਹੇ ਹੋ ਸਾਰੇ ਚੱਲ ਰਿਹਾ ਵਾ ਜੀ। ਅਸੀਂ ਆ ਜੋ ਮੇਨ ਦਰਵਾਜ਼ਾ ਜੋ ਇੱਧਰੋਂ ਯਾਤਰੀ ਨੇ ਆਉਣਾ, ਅਸੀਂ ਉੱਥੇ ਖੜ੍ਹੇ ਹਾਂ ਜੀ, ਨਾਲ ਸਾਡੇ ਜੁੜੇ ਨੇ। ਤੁਸੀਂ ਜਾਣਕਾਰੀ ਦੇ ਸਕਦੇ ਕਿ ਇਹ ਕਿਸ ਤਰ੍ਹਾਂ ਬਣਾਇਆ ਗਿਆ ਇਸ ਨੂੰ? ਇਹ ਇੱਧਰਲੀ ਸਾਈਡ ਜਿਹੜੀ ਹੈ ਸਾਹਮਣੇ ਇੰਟਰਸ ਆ, ਇੱਧਰੋਂ ਸਾਰੇ ਜਿੰਨੇ ਮੁਸਾਫਰ ਆ ਉਹ ਸਾਰੇ ਇੱਧਰੋਂ ਇੰਟਰ ਕਰਨਗੇ। ਇਹ ਸਾਰਾ ਹਾਲ ਆ, ਵੇਟਿੰਗ ਹਾਲ ਆ। ਇੱਧਰਲੇ ਸਾਈਡ 'ਤੇ ਆਪਣੇ ਹੈ ਟਿਕਟਿੰਗ ਰੂਮ ਅਤੇ ਬਾਕੀ ਜਿਹੜਾ ਇਨਕੁਆਰੀ ਰੂਮ ਆ, ਇਸਤਕਬਾਲੀ ਆ। ਪਰਲੀ ਸਾਈਡ 'ਤੇ ਇੱਧਰ ਕਾਰਗੋ ਸੈਂਟਰ ਆ। ਇੱਧਰਲੀ ਸਾਈਡ 'ਤੇ ਪ੍ਰੇਅਰ ਰੂਮ ਅਤੇ ਸਿਟਿੰਗ ਹਾਲ ਅਤੇ ਨਾਲ ਕੰਟੀਨ ਵਗੈਰਾ, ਗਰੋਸਰੀ ਵਗੈਰਾ। ਸੋ ਵਾਹ ਜੀ ਵਾਹ, ਜਿਹੜਾ ਪ੍ਰੇਅਰ ਰੂਮ ਬਣਾਇਆ ਗਿਆ ਨਾਲ, ਜਿਹੜਾ ਇੱਥੇ ਸਿੱਖ ਯਾਤਰੀਆਂ ਵਾਸਤੇ ਸਪੈਸ਼ਲ ਬਣਾਇਆ ਗਿਆ ਹੈਗਾ। ਅਸੀਂ ਤੁਹਾਨੂੰ ਉਹ ਦਿਖਾਉਣ ਜਾ ਰਹੇ ਹਾਂ ਜੀ ਕਿ ਕੋਈ ਵੀ ਸਿੱਖ ਯਾਤਰੀ ਅਗਰ ਆਏਗਾ ਅਤੇ ਉਹਦੇ ਵਾਸਤੇ ਉਹ ਬੈਠੇਗਾ ਇੱਥੇ ਅਤੇ ਪ੍ਰੇਅਰ ਕਰ ਸਕਦਾ, ਆਪਣੀ ਪਾਠ ਕਰ ਸਕਦਾ ਆ ਅਤੇ ਅਰਦਾਸ ਕਰ ਸਕਦਾ ਆ, ਬੈਠ ਸਕਦਾ ਆ। ਸੋ ਆਹ ਜਿਹੜਾ ਹਾਲ ਆਪਾਂ ਇਸ ਵੇਲੇ ਵੇਖ ਰਹੇ ਹਾਂ ਜੀ, ਅਸੀਂ ਇਸ ਹਾਲ ਦੇ ਵਿੱਚ ਦਾਖਲ ਹੋ ਚੁੱਕੇ ਹਾਂ। ਇਹ ਹਾਲ ਇੱਕ ਦਿਨ ਪੂਰਾ ਤਿਆਰ ਜਦੋਂ ਹੋ ਜਾਏਗਾ
ਜੋ ਵੀ ਸਿੱਖ ਯਾਤਰੀ ਹੋਣਗੇ ਕੇਵਲ ਉਹਨਾਂ ਵਾਸਤੇ ਹੀ ਇਹ ਜਿਹੜਾ ਹਾਲ ਆ ਉਹ ਤਿਆਰ ਹੋ ਰਿਹਾ ਜੀ। ਇੱਥੇ ਬੈਠ ਕੇ ਤੁਸੀਂ ਆਪਣਾ ਪਾਠ ਕਰ ਸਕਦੇ ਹੋ ਅਤੇ ਆਪਣਾ ਟਾਈਮ ਜਿਹੜਾ ਉਹ ਇੱਥੇ ਬਿਤਾ ਸਕਦੇ ਹੋ। ਅਗਰ ਟ੍ਰੇਨ ਆਉਣ ਦੇ ਵਿੱਚ ਟਾਈਮ ਹੈਗਾ ਤੁਸੀਂ ਇੱਕ ਸਕੂਨ ਦੇ ਨਾਲ ਇੱਥੇ ਬਹਿ ਸਕਦੇ ਹੋ। ਸੋ ਇਸ ਤੋਂ ਬਾਅਦ ਇੱਥੇ ਵੀ ਆਪਾਂ ਤੁਹਾਨੂੰ ਦਿਖਾਈਏ ਜੀ ਕਿ ਜੋ ਅਜੇ ਲੱਕੜ ਦਾ ਕੰਮ ਜਿਹੜਾ ਉਹ ਚੱਲ ਰਿਹਾ ਜੀ। ਆ ਵੇਖੋ, ਸੋ ਦੱਸਿਆ ਗਿਆ ਕਿ ਸਪੈਸ਼ਲ ਦਿਆਰ ਦੀ ਲੱਕੜ ਜਿਹੜੀ ਆ ਉਹ ਮੰਗਵਾ ਕੇ ਇੱਥੇ ਲਾਈ ਜਾ ਰਹੀ ਹੈ ਜੀ, ਜੋ ਕਿ ਕਾਫੀ ਮਹਿੰਗੀ ਆ। ਸੋ ਪੁੱਛਦੇ ਹਾਂ ਵੀ ਇਹ ਹਾਲ ਕਿਉਂ ਬਣਾਇਆ ਗਿਆ। ਹਾਂਜੀ, ਕਿਉਂ ਬਣਾਇਆ ਗਿਆ ਹਾਲ ਜੀ? ਇਹ ਵੇਟਿੰਗ ਹਾਲ ਆ, ਵੇਟਿੰਗ ਏਰੀਆ। ਅਗਰ ਕੋਈ ਮੁਸਾਫਰ ਮਤਲਬ ਕਿ ਉਹਨਾਂ ਦੀ ਟ੍ਰੇਨ ਵਗੈਰਾ ਲੇਟ ਆ ਜਾਂ ਇੰਤਜ਼ਾਰ ਕਰਨ ਵਾਸਤੇ ਇਹ ਵੇਟਿੰਗ ਏਰੀਆ। ਇਹਦੇ ਅੰਦਰ ਸਾਰੀ ਦੁਕਾਨਾਂ ਸ਼ਾਪਾਂ ਹੈ, ਸਾਥ ਸਾਰਾ ਬਾਥਰੂਮ ਵਗੈਰਾ ਹਰ ਚੀਜ਼ ਹੈ, ਅਤੇ ਬੰਦੇ ਇੱਥੇ ਬਹਿ ਕੇ ਆਪਣਾ ਟਾਈਮ ਜਿਹੜਾ ਉਹ ਗੁਜ਼ਾਰ ਸਕਣ ਐਸੇ ਤਰੀਕੇ ਨਾਲ, ਅੱਛੇ ਤਰੀਕੇ ਨਾਲ। ਸੋ ਬਿਲਕੁਲ ਜੀ, ਵੇਟਿੰਗ ਹਾਲ ਜਿਹੜਾ ਉਹ ਇੱਧਰ ਬਣਾਇਆ ਗਿਆ ਹੈ ਅਤੇ ਇਹਦੇ ਨਾਲ ਹੀ ਆਪਾਂ ਪਹਿਲਾਂ ਵੇਖਿਆ ਜਿਹੜਾ ਉਹ ਸਿੱਖ ਯਾਤਰੀਆਂ ਵਾਸਤੇ ਇੱਕ ਵੱਖਰਾ ਜਿਹੜਾ ਹਾਲ ਉਹ ਬਣਾਇਆ ਗਿਆ। ਉਹ ਉੱਥੇ ਬੈਠ ਸਕਦੇ ਨੇ ਅਤੇ ਬੈਠ ਕੇ ਆਪਣਾ ਇੰਤਜ਼ਾਰ ਕਰ ਸਕਦੇ ਨੇ, ਪਾਠ ਕਰ ਸਕਦੇ ਨੇ, ਪ੍ਰੇਅਰ ਕਰ ਸਕਦੇ ਨੇ। ਸੋ ਤੁਸੀਂ ਵੇਖਿਆ ਕਿ ਰੇਲਵੇ ਸਟੇਸ਼ਨ ਜਿਹਦੀ ਇਮਾਰਤ ਜਿਹੜੀ ਹੈ, ਬਿਲਡਿੰਗ ਜਿਹੜੀ ਹੈ, ਬਿਲਕੁਲ ਜਿਵੇਂ ਕਿ ਗੁਰਦੁਆਰਾ ਟਾਈਪ 'ਤੇ ਇਹਦੀ ਬਿਲਡਿੰਗ ਜਿਹੜੀ ਉਹ ਤਿਆਰ ਹੋ ਰਹੀ ਆ ਜੀ। ਸੋ ਅਸੀਂ ਇੱਥੋਂ ਦੇ ਜੋ ਵੀ ਪੂਰਾ ਸਮੁੱਚਾ ਸਟਾਫ ਆ ਅਤੇ ਇੰਜੀਨੀਅਰ ਸਾਹਿਬ ਦੇ ਅਤੇ ਨਾਲ ਸਾਡੇ ਸੁਰੱਖਿਆ ਅਧਿਕਾਰੀ ਨੇ ਅਤੇ ਇਲਾਕੇ ਦੇ ਲੋਕ ਨੇ, ਇੱਥੇ ਦੇ ਵਸਣ ਵਾਲੇ ਲੋਕਾਂ ਨੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੈ, ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ। ਤੁਸੀਂ ਵੇਖਦੇ ਰਹੋ ਸਿੱਖ ਚੈਨਲ। ਸਿੱਖ ਚੈਨਲ ਦੀ ਨਜ਼ਰ ਤੋਂ ਅਸੀਂ ਤੁਹਾਡੇ ਵਾਸਤੇ ਹੋਰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜੀ। ਸੋ ਤੁਸੀਂ ਵੇਖੋ ਸਿੱਖ ਚੈਨਲ ਅਤੇ ਸਾਨੂੰ ਦਿਓ ਇਜਾਜ਼ਤ। ਸਾਡੇ ਨਾਲ ਨੇ ਕੈਮਰਾਮੈਨ ਨਾਈਮ ਅਤੇ ਮੁਹੰਮਦ ਫੈਸਲ ਅਤੇ ਸੰਦੀਪ ਸਿੰਘ ਜੀ, ਸਾਡੇ ਕਾਰ ਦੇ ਡਰਾਈਵਰ ਲਾਲਾ ਜੀ ਅਤੇ ਚਰਨਜੀਤ ਸਿੰਘ ਜੀ। ਆਓ ਸਾਨੂੰ ਇਜਾਜ਼ਤ ਦਿਓ, ਤੁਹਾਨੂੰ ਵਾਪਸ ਅਸੀਂ UK ਸਟੂਡੀਓ ਦੇ ਵਿੱਚ ਲੈ ਚਲੀਏ ਜੀ। ਵੇਖਦੇ ਰਹੋ ਸਿੱਖ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरा नाम उमर फयाज़ और मैं HMS इंटरप्राइजेज़ की तरफ से यहाँ पर ये सारा रिस्पॉन्सिबल हूँ और ये काम करवा रहा हूँ। ये है स्टेशन, इसका नाम है हसन अब्दाल, इस इलाके का नाम। इधर ये हसन अब्दाल मशहूर है श्री पंजा साहब के तवासत से ना। इधर ये सिखों का एक गुरुद्वारा है जो जिसको बहुत अहमियत हासिल है अपने सिख कम्युनिटी में। सिखों की ये मजहबी इबादत गाह है और पूरी दुनिया से यहाँ पर सिख आते हैं अब अपनी ज़ियारत के लिए, अपनी इबादत के लिए। तो ये स्टेशन स्पेशली उन्हीं की वजह से बन रहा है और उन्हीं की तर्ज पे बन रहा है कि जैसे ये गुरुद्वारों को मेंटेन किया गया है उनकी नक्शे लेकर इस इबारत को भी बिल्कुल वही डिज़ाइन और वही दिया गया है इसको जो है ना नक्शा। और अंदर इनके लिए प्रेयर हॉल बने हैं, इनके सिटिंग एरिया बने हैं, इनके खाने के लिए बने हैं कि जो भी बाहर से हैं उनको हर चीज़ इसके अंदर मिले।
और अगर इनको इधर ठहरना पड़े तो अंदर इसके लिए भी इंतज़ाम है, सिक्योरिटी का, सेफ्टी का, हर चीज़ कि इसको मलहूज़ ख़ातर रख के गवर्नमेंट ने ये प्रोजेक्ट अनाउंस किया। और तकरीबन ये 250 मिलियन का प्रोजेक्ट है और ये हम इंशाल्लाह जो आने वाला बैसाखी है उससे पहले पहले ये हमारी कोशिश है कि इसको 100% कंप्लीट करें और इसको यूटिलाइज करें सिख कम्युनिटी के लिए। ਸੋ ਇਸ ਵੇਲੇ ਅਸੀਂ ਬਿਲਕੁਲ ਸਟੇਸ਼ਨ ਤੇ ਖੜੇ ਹਾਂ, ਜੋ ਰੇਲਵੇ ਸਟੇਸ਼ਨ ਹੈ, ਜਿੱਥੇ ਕਿ ਇਹਦੀ ਹਿਸਟਰੀ ਤੁਹਾਨੂੰ ਇਸ ਵੇਲੇ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸਿੱਖ ਸੰਗਤ ਨੂੰ ਅਰੈਸਟ ਕਰਕੇ ਲਾਹੌਰ ਤੋਂ ਪੇਸ਼ਾਵਰ ਨੂੰ ਲਿਜਾ ਰਹੇ ਸਨ ਤੇ ਜਿਹੜੀ ਸਿੱਖ ਸੰਗਤਾਂ ਸੀ ਉਹਨਾਂ ਨੇ ਸੋਚਿਆ ਕਿ ਇੱਥੋਂ ਦੀ ਟ੍ਰੇਨ ਗੁਜ਼ਰੇਗੀ, ਟ੍ਰੇਨ ਲੰਘੇਗੀ। ਸੋ ਉਹ ਭੁੱਖੇ ਤੇ ਆਏ ਹੋਣਗੇ ਟ੍ਰੇਨ ਦੇ ਵਿੱਚ। ਉਹਨਾਂ ਯਾਤਰੀਆਂ ਵਾਸਤੇ ਲੰਗਰ ਦਾ ਪ੍ਰਬੰਧ ਉਹਨਾਂ ਵਾਸਤੇ ਕੀਤਾ ਗਿਆ ਸੀ, ਪਾਣੀ ਉਹਨਾਂ ਨੂੰ ਪਿਲਾਇਆ ਜਾਏਗਾ। ਇੱਕ ਮਕਸਦ ਇਹ ਨਹੀਂ ਸੀ ਕਿ ਉਹਨਾਂ ਨੂੰ ਰੋਕਿਆ ਜਾਏ ਜਾਂ ਉਹਨਾਂ ਨੂੰ ਇੱਥੋਂ ਛੁਡਾਇਆ ਜਾਏ, ਇਸ ਤਰ੍ਹਾਂ ਦਾ ਕੋਈ ਮਕਸਦ ਨਹੀਂ ਸੀਗਾ। ਸਿਰਫ ਮਕਸਦ ਇਹ ਹੀ ਸੀਗਾ ਕਿ ਉਹਨਾਂ ਨੂੰ ਭੁੱਖਿਆਂ ਨੂੰ ਜਿਹੜਾ ਲੰਗਰ ਪ੍ਰਸ਼ਾਦਾ ਉਹ ਛਕਾਇਆ ਜਾਏ ਤੇ ਪਾਣੀ ਧਾਣੀ ਪਿਲਾਇਆ ਜਾਏ ਤੇ ਫਿਰ ਟ੍ਰੇਨ ਜਿਹੜੀ ਆ ਉਹ ਅੱਗੇ ਚਲੇ ਜਾਵੇ। ਪਰ ਉਸ ਸਮੇਂ ਦੀ ਹਕੂਮਤ ਨੇ ਜਿਹੜਾ ਕਿ ਬਿਲਕੁਲ ਇਹ ਇਜਾਜ਼ਤ ਨਹੀਂ ਸੀ ਦਿੱਤੀ। ਸੋ ਸਿੱਖ ਸੰਗਤਾਂ ਨੂੰ ਇਸ ਦੀ ਭਿਣਕ ਲੱਗ ਗਈ ਸੀ, ਪਤਾ ਲੱਗ ਗਿਆ ਸੀਗਾ ਕਿ ਟ੍ਰੇਨ ਜਿਹੜੀ ਇੱਥੇ ਨਹੀਂ ਰੁਕੇਗੀ। ਸੋ ਆਸ-ਪਾਸ ਤੇ ਸਾਰੇ ਇਕੱਠੇ ਹੋ ਕੇ ਜਦੋਂ ਇੱਥੇ ਆਏ, ਉਹ ਫਿਰ ਆਹ ਲਾਈਨ ਜਿਹੜੀ ਆਪਾਂ ਵੇਖ ਰਹੇ ਹਾਂ, ਇਸ ਲਾਈਨ ਦੇ ਉੱਤੇ ਉਹ ਫਿਰ ਬਿਲਕੁਲ ਜਿਹੜਾ ਉਹ ਲੰਮੇ ਪੈ ਗਏ ਔਰ ਦੂਰ ਤੱਕ ਜਿਹੜੇ ਉਹ ਲੰਮੇ ਪੈ ਗਏ। ਸਭ ਤੋਂ ਅੱਗੇ ਲਾਹੌਰ ਵਾਲੇ ਪਾਸੇ ਜਿੱਧਰੋਂ ਟ੍ਰੇਨ ਆ ਰਹੀ ਸੀਗੀ, ਉੱਧਰ ਸਰਦਾਰ ਕਰਮ ਸਿੰਘ ਜੀ ਤੇ ਸਰਦਾਰ ਪ੍ਰਤਾਪ ਸਿੰਘ ਜੀ ਉਹ ਅੱਗੇ ਲੇਟੇ ਹੋਏ ਸਨ। ਸੋ ਜਦੋਂ ਪਤਾ ਲੱਗਾ ਕਿ ਟ੍ਰੇਨ ਵੀ ਆ ਗਈ ਆ, ਰੁਕਦੀ ਰੁਕਦੀ ਟ੍ਰੇਨ ਜਿਹੜੀ ਸੀਗੀ ਉਹ ਕਰਮ ਸਿੰਘ ਤੇ ਪ੍ਰਤਾਪ ਸਿੰਘ ਜਿਹੜੇ ਸੀ ਅੱਗੇ ਦੋ ਪਏ, ਉਹਨਾਂ ਦੇ ਉੱਤੇ ਚੜ੍ਹ ਗਈ ਔਰ ਬਿਲਕੁਲ ਉਹ ਸ਼ਹੀਦੀ ਇੱਥੇ ਪਾ ਗਏ। ਸੋ ਇਹ ਉਹ ਜਗ੍ਹਾ ਹੈ ਰੇਲਵੇ ਸਟੇਸ਼ਨ ਹਸਨ ਅਬਦਾਲ ਦਾ, ਸੋ ਜਿੱਥੇ ਕਿ ਇੱਕ ਬਹੁਤ ਖੂਬਸੂਰਤ ਜਿਹੜੀ ਬਿਲਡਿੰਗ ਸਟੇਸ਼ਨ ਦੀ ਉਹ ਬਣਾਈ ਜਾ ਰਹੀ ਹੈ। ਸੋ ਕਿਵੇਂ ਉਹ ਬਣਾਈ ਜਾ ਰਹੀ ਹੈ, ਅੱਜ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਜੁੜੇ ਨੇ ਜੋ ਗੌਰਮੈਂਟ ਦੇ ਤਰਫ ਤੋਂ, ਸਰਕਾਰ ਦੀ ਤਰਫ ਤੋਂ ਕੰਟਰੈਕਟਰ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰੀਏ ਜੀ। ਹਾਂਜੀ, ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਜੀ ਉਮਰ ਫਿਆਜ਼ ਤੇ ਸਾਡੀ ਫਰਮ ਦਾ ਨਾਮ ਹੈ HMS ਇੰਟਰਪ੍ਰਾਈਜ਼ਸ, ਜਿਹੜੇ ਕੰਮ ਨੂੰ ਸਾਰਾ ਕਰਵਾ ਰਹੇ ਨੇ। ਤੇ ਬਾਕੀ ਇਹ ਜਿਹੜਾ ਕੰਮ ਆ ਇਹ ਗੌਰਮੈਂਟ ਨੇ ਸਪੈਸ਼ਲ ਸਿੱਖ ਕਮਿਊਨਿਟੀ ਵਾਸਤੇ, ਉਹਨਾਂ ਦੀ ਸਹੂਲਤ ਵਾਸਤੇ, ਉਹਨਾਂ ਦੀ ਇਹ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਤਮੀਰ ਕਰਵਾ ਰਹੇ ਨੇ। ਔਰ ਇਹ ਪ੍ਰੋਜੈਕਟ ਤਕਰੀਬਨ 250 ਮਿਲੀਅਨ ਦਾ ਪ੍ਰੋਜੈਕਟ ਹੈ, ਜਿਹੜਾ ਗੌਰਮੈਂਟ ਖੁਦ ਅਫੋਰਡ ਕਰ ਰਹੀ ਹੈ। ਤੇ ਇਹ ਜਿਹੜਾ ਇਹਨਾਂ ਦਾ ਡਿਜ਼ਾਈਨ ਆ, ਇਹਨਾਂ ਦੇ ਜਿਹੜੀ ਹੈ ਅੰਦਰੋਂ ਸਾਰਾ ਸਿਸਟਮ, ਉਹ ਪੂਰਾ ਸਿੱਖ ਕਮਿਊਨਿਟੀ ਦੀ ਜਿਹੜੀ ਇਬਾਦਤ ਆ ਜਾਂ ਉਹਨਾਂ ਦੇ ਜੋ ਮਜ਼ਹਬੀ ਹੈ ਉਹਨਾਂ ਦੇ ਵਾਸਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਖਿਆਲ ਕਰਕੇ ਤੇ ਇਹਨੂੰ ਉਹਨਾਂ ਦੇ ਹਿਸਾਬ ਦਾ ਡਿਜ਼ਾਈਨ ਕੀਤਾ ਗਿਆ ਹੈ। ਯਾਨੀ ਉਹਨਾਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਇੱਕ ਵਿਸ਼ੇਸ਼, ਜਿਵੇਂ ਕਿ ਤੁਸੀਂ ਬਿਲਡਿੰਗ ਦੀ ਗੱਲ ਕਰ ਰਹੇ ਹੋ, ਤੇ ਇਸ ਬਿਲਡਿੰਗ ਨੂੰ ਬਿਲਕੁਲ ਗੁਰਦੁਆਰੇ ਦੀ ਸ਼ਕਲ ਦੇ ਵਾਂਗੂ ਬਣਾਇਆ ਜਾ ਰਿਹਾ ਕਿ ਜਿਹੜੀਆਂ ਕਿ ਇੱਕ ਸਿੱਖੀ ਟ੍ਰੈਡੀਸ਼ਨ ਹੈਗਾ, ਜਿਹੜਾ ਕਿ ਇਸ ਤਰ੍ਹਾਂ ਦੀ ਕੋਈ ਬਿਲਡਿੰਗ ਜਾਂ ਇਮਾਰਤ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੀਆਂ ਸੰਬੰਧਿਤ ਨੇ, ਉਹਨਾਂ ਦਾ ਜਿਹੜਾ ਨਕਸ਼ਾ ਵਾ ਜਾਂ ਇਸ ਤਰ੍ਹਾਂ ਉਹਨਾਂ ਨੂੰ ਤਿਆਰ ਕੀਤਾ ਜਾਂਦਾ। ਸੋ ਵਿਸ਼ੇਸ਼ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਸਿੱਖ ਕਮਿਊਨਿਟੀ ਵਾਸਤੇ, ਉਹਦੇ ਵਿੱਚ ਅੰਦਰ ਜੇ ਆਪਾਂ ਅੰਦਰ ਦੀ ਗੱਲ ਕਰੀਏ ਤੇ ਅੰਦਰ ਵੀ ਕੋਈ ਵਿਸ਼ੇਸ਼ ਜਿਹੜੀ ਫੈਸਿਲਿਟੀ ਦਿੱਤੀ ਗਈ ਹੈ? ਜੀ ਬਿਲਕੁਲ, ਸਿੱਖਾਂ ਦੇ ਇਬਾਦਤਗਾਹ ਵਾਸਤੇ ਉਹਨਾਂ ਦੀ ਪ੍ਰੇਅਰ ਹਾਊਸ ਜਿਹੜਾ ਉਹ ਸਪੈਸ਼ਲ ਬਣਾਇਆ ਗਿਆ ਵਾ, ਉਹਨਾਂ ਦੀ ਸਿਟਿੰਗ ਵਾਸਤੇ, ਉਹਨਾਂ ਦੇ ਇਬਾਦਤ ਵਾਸਤੇ, ਉਹਨਾਂ ਦੀ ਸਿਟਿੰਗ ਵਾਸਤੇ, ਬਿਲਕੁਲ ਉਹਨਾਂ ਦੇ ਵਜ਼ੂ ਵਾਸਤੇ, ਉਹਨਾਂ ਦੇ ਕਰਮ ਵਾਸਤੇ ਸਾਰਾ ਸਿਸਟਮ ਬਿਲਕੁਲ ਉਹਨੂੰ ਰੱਖਿਆ ਗਿਆ।
ਉਹ ਸਹੂਲਤਾਂ ਬਿਲਕੁਲ ਮੌਜੂਦ ਆ ਅੰਦਰ, ਤੁਸੀਂ ਜਾ ਕੇ ਦੇਖ ਸਕਦੇ ਹੋ। ਤੇ ਇਹਨਾਂ ਦੇ ਅੰਦਰ ਡਿਜ਼ਾਈਨ, ਅੰਦਰ ਇਹਨਾਂ ਦੇ ਕਮਰੇ, ਇਹਨਾਂ ਦੇ ਕਾਰਗੋ ਸੈਂਟਰ, ਇਹਨਾਂ ਦੇ ਚੈਕਿੰਗ ਵਾਸਤੇ, ਸਿਟਿੰਗ ਵਾਸਤੇ, ਇਸਤਕਬਾਲ ਵਾਸਤੇ ਸਾਰੇ ਬਿਲਕੁਲ ਉਹਨਾਂ ਨੂੰ ਮਲਹੂਜ਼ੇ ਖਾਤਰ ਰੱਖਿਆ ਗਿਆ ਤੇ ਉਹ ਉਹਨਾਂ ਦੇ ਉੱਤੇ ਕੰਮ ਜਾਰੀ ਹੈ। ਜਿਵੇਂ ਕਿ ਆਪਾਂ ਵੇਖਿਆ ਕਿ ਕਈ ਵਾਰੀ ਜਦੋਂ ਸਿੱਖ ਯਾਤਰੀ ਆਉਂਦੇ ਨੇ ਜਾਂ ਵਿਸਾਖੀ ਤੇ ਵੀ ਆਉਂਦੇ ਨੇ ਜਾਂ ਹੋਰ ਜਿਹੜੇ ਵਿਸ਼ੇਸ਼ ਦਿਨ ਹੁੰਦੇ ਨੇ, ਗੁਰਪੁਰਬਾਂ ਤੇ ਵੀ ਆਉਂਦੇ ਨੇ, ਤੇ ਤੁਹਾਡਾ ਕਹਿਣ ਤੋਂ ਭਾਵ ਹੈ ਕਿ ਉਹਨਾਂ ਵਾਸਤੇ ਜਿਹੜਾ ਇਸ ਸਟੇਸ਼ਨ ਦੇ ਵਿੱਚ ਅਗਰ ਜਦੋਂ ਵਾਪਸ ਜਾਣਾ ਜਾਂ ਆਉਣਾ ਵੀ ਆ, ਥੋੜਾ ਜਿਹਾ ਆਰਾਮ ਵੀ ਕਰਨਾ ਆ, ਤੇ ਉਹਦੇ ਵਾਸਤੇ ਇੱਕ ਸਪੈਸ਼ਲ ਤੁਸੀਂ ਹਾਲ ਇੱਕ ਤਿਆਰ ਕੀਤਾ? ਜੀ ਜੀ ਬਿਲਕੁਲ, ਉਹਨਾਂ ਵਾਸਤੇ ਰੈਸਟ ਏਰੀਆ ਹੈ, ਸਿਟਿੰਗ ਏਰੀਆ ਹੈ, ਜਿੱਥੇ ਉਹ ਬਹਿ ਕੇ ਆਪਣਾ ਵੇਟ ਕਰ ਸਕਦੇ ਆ। ਅਗਰ ਕੋਈ ਟ੍ਰੇਨ ਲੇਟ ਹੋ ਜਾਂਦੀ ਜਾਂ ਕੋਈ ਮਤਲਬ ਕਿ ਆ ਜਾਂਦਾ, ਕੋਈ ਮੌਸਮ ਦੀ ਖਰਾਬੀ ਹੋ ਜਾਂਦੀ, ਉਹਨਾਂ ਵਾਸਤੇ ਬਿਲਕੁਲ ਉਹ ਸਿਟਿੰਗ ਏਰੀਆ ਆ, ਰੈਸਟ ਏਰੀਆ ਆ, ਇਬਾਦਤ ਦੇ ਵਾਸਤੇ ਜਗ੍ਹਾ ਬਣਾਈ ਅੰਦਰ। ਹਰ ਚੀਜ਼ ਨੂੰ ਉਹਨਾਂ ਨੂੰ ਮੇਨਟੇਨ ਕੀਤਾ ਗਿਆ ਕਿ ਜਿੰਨਾ ਵੀ ਹੋ ਸਕੇ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਸਿਲਿਟੇਟ ਕੀਤਾ ਜਾਵੇ। ਕੀ ਸਰਕਾਰ ਇੱਥੋਂ ਦੀ ਇਹ ਫੈਸਲਾ ਲਏਗੀ ਕਿ ਇਹਨੂੰ ਪੰਜਾਬੀ ਦੇ ਵਿੱਚ ਵੀ ਲਿਖਿਆ ਜਾਵੇ? ਜੀ ਜੀ ਬਿਲਕੁਲ, ਇਸ ਤਰ੍ਹਾਂ ਹੀ ਹੁੰਦਾ। ਜਦੋਂ ਆਉਂਦੇ ਨਾ ਸਿੱਖ ਯਾਤਰੀ ਤੇ ਅਸੀਂ ਇਹਨਾਂ ਦੇ ਵੈਲਕਮ ਕਰਨ ਵਾਸਤੇ ਜਿੰਨੇ ਆਪਣੇ ਫਲੈਕਸ ਵਗੈਰਾ ਅਸੀਂ ਛਪਾਉਂਦੇ, ਤੇ ਵੈਲਕਮ ਪੰਜਾਬੀ ਦੇ ਵਿੱਚ, ਉਹਨਾਂ ਦੀ ਲੈਂਗੁਏਜ ਵਿੱਚ ਵੀ, ਤੇ ਇੰਗਲਿਸ਼ ਵਿੱਚ ਵੀ, ਉਰਦੂ ਵਿੱਚ, ਤਿੰਨਾਂ ਜ਼ਬਾਨਾਂ ਵਿੱਚ ਲਿਖਿਆ ਜਾਂਦਾ। ਔਰ ਰੋਡ ਦੇ ਉੱਪਰ ਆਲਰੇਡੀ ਇਹ ਲਿਖਿਆ ਹੋਇਆ ਬਕਾਇਦਾ ਪੰਜਾਬੀ ਦੇ ਵਿੱਚ। ਪੰਜਾਬੀ ਨੂੰ ਇੱਥੇ ਵੀ ਸਟੇਸ਼ਨ ਦੇ ਉੱਪਰ ਵੀ ਲਿਖਿਆ, ਤੇ ਜਿਹੜਾ ਨਵਾਂ ਬਣੇਗਾ ਇਹਦੇ ਵਿੱਚ ਵੀ ਇਹ ਬਿਲਕੁਲ ਹੋਏਗਾ ਪੰਜਾਬੀ ਦੇ ਵਿੱਚ, ਸਾਰੀਆਂ ਮਤਲਬ ਕਿ ਲਿਖੀਆਂ ਜਾਣ, ਜਿਹੜੀ ਇੰਸਟਰਕਸ਼ਨ ਵਗੈਰਾ ਹੋਣਗੀਆਂ ਮੁਸਾਫਰਾਂ ਵਾਸਤੇ, ਉਹ ਇਹਦਾ ਖਿਆਲ ਰੱਖਿਆ ਜਾਏਗਾ। ਬਿਲਕੁਲ ਜੀ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬੀ ਦਾ ਵੀ ਖਿਆਲ ਰੱਖਿਆ ਜਾਏਗਾ ਜਿਹੜੇ ਯਾਤਰੂ ਇੱਥੇ ਆਉਂਦੇ ਨੇ। ਮੈਂ ਇੱਕ ਗੱਲ ਹੋਰ ਤੁਹਾਨੂੰ ਪੁੱਛਣੀ ਚਾਹਾਂਗਾ ਕਿ ਜਿਵੇਂ ਨਨਕਾਣਾ ਸਾਹਿਬ ਜੀ ਰੇਲਵੇ ਸਟੇਸ਼ਨ ਹੈਗਾ, ਉਹਦਾ ਨਾਮ ਪਹਿਲਾਂ ਨਨਕਾਣਾ ਸਾਹਿਬ ਸੀਗਾ ਤੇ ਹੁਣ ਉਹ ਬਦਲ ਕੇ, ਕਿਉਂਕਿ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਜੋ ਇੱਥੋਂ ਦੀ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਕਿ ਉਸ ਸਟੇਸ਼ਨ ਦਾ ਨਾਂ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਰੇਲਵੇ ਸਟੇਸ਼ਨ ਰੱਖਿਆ ਜਾਏਗਾ। ਕਿ ਆਉਣ ਵਾਲੇ ਇਨ ਫਿਊਚਰ ਇਸ ਸਟੇਸ਼ਨ ਦਾ ਨਾਂ ਵੀ ਕੋਈ ਇਸ ਤਰ੍ਹਾਂ ਦੇ ਵਿਚਾਰ ਸਰਕਾਰ ਦੇ ਅਧੀਨ ਆ ਸਕਦੀ ਹੈ? ਜੀ ਜੀ ਬਿਲਕੁਲ, ਕਿਉਂ ਨਹੀਂ, ਇਹ ਲਾਜ਼ਮੀ ਹੋਏਗਾ ਮੇਰੇ ਖਿਆਲ 'ਚ, ਤੇ ਇਹ ਬਿਲਕੁਲ ਹੋਏਗਾ ਕਿਉਂਕਿ ਇਹ ਬਣਾਇਆ ਹੀ ਉਹਨਾਂ ਵਾਸਤੇ ਜਾ ਰਿਹਾ, ਤੇ ਇਹਦਾ ਨਾਮ ਵੀ ਫਿਰ ਉਹਨਾਂ ਦੇ ਤਵਸਤ ਨਾਲ ਰੱਖਿਆ ਜਾਏਗਾ। ਸੋ ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਇਹਦੀ ਇਮਾਰਤ ਜਿਹੜੀ ਆ, ਬਿਲਡਿੰਗ ਜਿਹੜੀ ਬਣ ਰਹੀ ਹੈ ਇਸ ਵੇਲੇ, ਉਹ ਵੀ ਬਿਲਕੁਲ ਜਿੱਦਾਂ ਗੁਰਦੁਆਰਾ ਸਾਹਿਬ ਦੇ ਨਾਲ ਹੂ ਬਹੂ ਮਿਲਦੀ ਜੁਲਦੀ ਆ, ਤੇ ਨਾਂ ਦੇ ਬਾਰੇ ਵੀ ਵਿਚਾਰ ਜਿਹੜਾ ਕੀਤਾ ਜਾਏਗਾ। ਤੇ ਇਸ ਤੋਂ ਇਲਾਵਾ ਜੋ ਇੱਥੇ ਤੁਹਾਨੂੰ ਪਤਾ ਹੈਗਾ ਕਿ ਜੋ ਲਾਈਨਾਂ ਆਪਾਂ ਵੇਖ ਰਹੇ ਆ, ਜੋ ਲਾਹੌਰ ਵਾਲੇ ਪਾਸਿਓਂ ਆ ਰਹੀ ਆ ਤੇ ਦੂਸਰੇ ਪਾਸੇ ਵੱਲ ਨੂੰ ਜਾ ਰਹੀ ਆ, ਕਿ ਉਸ ਟਾਈਮ ਦਾ ਜਿਹੜਾ ਸਟੇਸ਼ਨ ਮਾਸਟਰ ਸੀਗਾ ਉਹਦੀ ਵੀ ਕੋਈ ਇੱਥੇ ਨਿਸ਼ਾਨੀ ਹੈਗੀ ਆ ਜਾਂ ਕਿ ਨਹੀਂ? ਜੀ ਜੀ, ਉਸ ਟਾਈਮ ਦਾ ਜਿਹੜਾ ਸਟੇਸ਼ਨ ਮਾਸਟਰ ਸੀ ਉਹਦੀ ਨਿਸ਼ਾਨੀ ਹੈ, ਉਹਦੀ ਕਬਰ ਹੈ ਇੱਥੇ। ਥੋੜਾ ਜਿਹਾ ਅੱਗੇ ਜਾ ਕੇ ਉਹਦੇ ਏਰੀਆ ਉਹਨਾਂ ਨੇ ਉਹ ਕਾਰਡਨ ਆਫ ਕੀਤਾ ਹੋਇਆ, ਜਿਹੜਾ ਉਸ ਟਾਈਮ ਤੇ ਮੌਜੂਦ ਸੀ, ਉਹਦੀ ਬਿਲਕੁਲ ਉਹਦੀ ਯਾਦਗਾਰ ਇੱਥੇ ਹੈ, ਤੇ ਉਹ ਉਹਨਾਂ ਨੂੰ ਪ੍ਰੈਫਰ ਕਿ ਉਹਦਾ ਯਾਦ ਰੱਖਿਆ ਗਿਆ ਇੱਥੇ ਬਕਾਇਦਾ। ਤੇ ਇਸ ਵੇਲੇ ਤੁਹਾਡੇ ਕੋਲ ਕਿੰਨੇ ਜਿਹੜੇ ਮਜ਼ਦੂਰ ਜਾਂ ਕਾਰੀਗਰ, ਉਹ ਕਿੰਨੇ ਕੁ ਇਸ ਵੇਲੇ ਇਸ ਸਟੇਸ਼ਨ ਤੇ ਕੰਮ ਕਰ ਰਹੇ ਆ? ਤਕਰੀਬਨ 100 ਪਲੱਸ ਹੀ ਕੰਮ ਕਰ ਰਿਹਾ ਇਸ ਟਾਈਮ ਤੇ ਫਿਨਿਸ਼ਿੰਗ ਦੇ ਕੰਮ ਜਾਰੀ ਆ। ਤੇ ਸਾਡਾ ਖਿਆਲ ਆ ਕਿ ਇਨਸ਼ਾਅੱਲਾ ਵਿਸਾਖੀ ਦੇ ਮੇਲੇ ਤੋਂ ਪਹਿਲੇ ਅਸੀਂ ਇਹਨੂੰ ਕੰਪਲੀਟ ਕਰ ਦਿਆਂਗੇ ਇਨਸ਼ਾਅੱਲਾ। ਸੋ ਠੀਕ ਹੈ ਜੀ, ਜਿਵੇਂ ਤੁਸੀਂ ਦੱਸਿਆ ਕਿ ਵਿਸਾਖੀ ਤੋਂ ਪਹਿਲਾਂ, ਕਿਉਂਕਿ ਹੁਣ 550ਵਾਂ ਪ੍ਰਕਾਸ਼ ਪੁਰਬ ਵੀ ਆ ਰਿਹਾ, ਕੰਮ ਨੂੰ ਮੁੱਖ ਰੱਖਦਿਆਂ ਕਿਉਂਕਿ ਹਾਲੇ ਕਾਫੀ ਕੰਮ ਜਿਹੜਾ ਪਿਆ ਵਾ, ਤੇ ਵਿਸਾਖੀ ਤੱਕ ਇਹ ਬਿਲਕੁਲ ਤਿਆਰ ਹੋ ਜਾਏਗਾ। ਤੇ ਜਿਵੇਂ ਆਪਾਂ ਪੰਜਾਬੀ ਦੀ ਗੱਲ ਕਰ ਰਹੇ ਸਾਂ ਕਿ ਜਿਹੜਾ ਹਾਲ, ਪ੍ਰੇਅਰ ਹਾਲ ਜਾਂ ਵੇਟਿੰਗ ਹਾਲ ਸਿੱਖ ਕਮਿਊਨਿਟੀ ਵਾਸਤੇ ਬਣਾਇਆ ਗਿਆ, ਕਿ ਉਹਦੇ ਵਿੱਚ ਵੀ ਕਈ ਵਾਰੀ ਉਰਦੂ ਨਹੀਂ ਪੜ੍ਹ ਸਕਦੇ ਜਾਂ ਇੰਗਲਿਸ਼ ਨਹੀਂ ਪੜ੍ਹ ਸਕਦੇ, ਜਿਹੜੇ ਪੰਜਾਬ ਤੋਂ ਖਾਸ ਕਰਕੇ ਯਾਤਰੀ ਆਉਣ ਵਾਲੇ ਨੇ, ਉਹਨਾਂ ਦੀ ਸਹੂਲਤ ਵਾਸਤੇ ਕਿ ਉਸ ਹਾਲ ਦੇ ਵਿੱਚ ਵੀ ਜਿਹੜੀ ਪੰਜਾਬੀ ਲੈਂਗੁਏਜ ਆ ਯੂਜ਼ ਕੀਤੀ ਜਾਏਗੀ? ਜੀ ਜੀ ਬਿਲਕੁਲ, ਮੈਂ ਪਹਿਲੇ ਕਹਿ ਚੁੱਕਿਆ ਕਿ ਇਹਦੀ ਇੰਸਟਰਕਸ਼ਨ ਜਿਹੜੀ ਪੰਜਾਬੀ ਵਿੱਚ ਵੀ ਉਹ ਬਕਾਇਦਾ ਲਿਖੇ ਜਾਣਗੀਆਂ। ਅੰਦਰ ਜਿੰਨੇ ਸਾਈਨ ਬੋਰਡ ਲੱਗਣਗੇ ਉਹਨਾਂ ਦੀ ਤਿੰਨੇ ਜ਼ਬਾਨਾਂ ਹੋਣਗੀਆਂ, ਉਰਦੂ, ਪੰਜਾਬੀ ਤੇ ਇੰਗਲਿਸ਼। ਕਿ ਜਿਹੜੇ ਸਪੈਸ਼ਲ ਜਿਹੜੇ ਆਉਂਦੇ ਆ ਪੰਜਾਬ ਤੋਂ, ਨਹੀਂ ਉਰਦੂ ਪੜ੍ਹ ਸਕਦੇ ਜਾਂ ਇੰਗਲਿਸ਼ ਨਹੀਂ ਪੜ੍ਹ ਸਕਦੇ, ਉਹ ਪੰਜਾਬੀ ਆਪਣੀ ਪੜ੍ਹ ਕੇ ਆਪਣੀ ਜਿਹੜੀਆਂ ਸਹੂਲਤਾਂ ਵਾ ਉਹ ਆਪਣੀਆਂ ਉਹ ਲੈ ਸਕਣਗੇ ਇੱਥੇ। ਠੀਕ ਹੈ ਜੀ, ਜਿਵੇਂ ਕਿ ਪਾਕਿਸਤਾਨ ਸਰਕਾਰ ਦੇ ਵੱਲੋਂ ਇੱਕ ਬੜਾ ਅੱਛਾ ਕਦਮ ਜਿਹੜਾ ਫੈਸਲਾ ਲਿਆ ਜਾ ਰਿਹਾ ਹੈ ਕਿ ਜਿਹੜੀ ਇਮਾਰਤ ਹੈ ਬਿਲਕੁਲ ਉਹ ਵੀ ਹੂ ਬਹੂ ਜਿਹੜੀ ਸਿੱਖ ਧਰਮ ਦੇ ਨਾਲ ਰਿਲੇਟਡ ਬਿਲਡਿੰਗਾਂ ਨੇ ਉਸੇ ਤਰ੍ਹਾਂ ਦੀ ਹੀ ਬਣਾਈ ਜਾਵੇ, ਜਿਹੜੀ ਕਿ ਸਦੀਆਂ ਯਾਦ ਦਿਲਾਉਂਦੀ ਰਹਿ ਗਈ ਇਸ ਗੱਲ ਦੀ ਕਿ ਇੱਥੇ ਕੁਝ ਵਾਪਰਿਆ ਸੀ, ਇਸ ਤਰ੍ਹਾਂ ਦਾ ਕੋਈ ਘਟਨਾ ਜਿਹੜੀ ਹੋਈ ਸੀਗੀ। ਸੋ ਜਿਹੜੀ
ਇੱਥੇ ਘਟਨਾ ਹੋਈ ਉਸ ਵੇਲੇ 1922 ਦੇ ਵਿੱਚ, ਤੇ ਤਕਰੀਬਨ ਉਹਨੂੰ 100 ਸਾਲ ਹੋਣ ਵਾਲਾ ਹੈ, 1-2 ਸਾਲ ਘੱਟ ਨੇ। ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਿਵੇਂ ਇੱਥੇ ਕੋਈ ਹੋਰ ਵੀ ਇਸ ਤੋਂ ਇਲਾਵਾ ਕੋਈ ਉਹਨਾਂ ਦੀ ਯਾਦ ਜਾਂ ਕੁਝ ਉਹਨਾਂ ਦੀ ਹਿਸਟਰੀ ਜਿਹੜੀ ਆ, ਜਿਵੇਂ ਆਪਾਂ ਇਤਿਹਾਸ ਲਿਖ ਦਿੰਦੇ ਹਾਂ, ਹਿਸਟਰੀ ਲਿਖ ਦਿੰਦੇ ਹਾਂ, ਕੋਈ ਇਸ ਤਰ੍ਹਾਂ ਦੀ ਵੀ ਲਿਖੀ ਜਾਏਗੀ? ਜੀ ਜੀ ਬਿਲਕੁਲ, ਕਿਉਂ ਨਹੀਂ। ਇਹ ਗੌਰਮੈਂਟ ਪਾਕਿਸਤਾਨ ਨੇ ਇਹ ਚੀਜ਼ ਨੂੰ ਬੜਾ ਕਰ ਰਹੀ ਆ, ਐਪਰੀਸ਼ੀਏਟ ਕਰ ਰਹੀ ਆ। ਨਾਲ ਇਹਦੇ ਵਿੱਚ ਉਹ ਕੋਸ਼ਿਸ਼ ਕਰ ਰਹੀ ਆ ਕਿ ਜ਼ਿਆਦਾ ਤੋਂ ਜ਼ਿਆਦਾ ਜਿੰਨੇ ਵੀ ਇੱਥੇ ਕਮਿਊਨਿਟੀ ਆਉਂਦੀ ਆ, ਜਿੰਨੇ ਵੀ ਯਾਤਰੀ ਇੱਥੇ ਆਉਂਦੇ ਆ, ਉਹ ਉਸ ਨੂੰ ਪੜ੍ਹ ਕੇ ਉਹਨਾਂ ਦੀ ਸਹੂਲਤ ਵਾਸਤੇ ਇੱਕ ਪੂਰਾ ਇੱਕ ਲਿਖਿਆ ਜਾਵੇ ਕਿ ਕੀ ਹੋਇਆ ਸੀ ਇਸ ਸਟੇਸ਼ਨ ਤੇ, ਇਹ ਕਿਸ ਵਾਸਤੇ ਬਣਾਇਆ ਗਿਆ, ਇਹ ਕਿਹਦੀ ਯਾਦ ਵਾਸਤੇ ਬਣਾਇਆ ਗਿਆ। ਉਹ ਪੜ੍ਹਨ, ਉਸ ਤੋਂ ਉਹਨਾਂ ਨੂੰ ਇਲਮ ਹਾਸਲ ਹੋਵੇ, ਪਤਾ ਲੱਗੇ ਕਿ ਇੱਥੇ ਕਿਹਨਾਂ ਨੇ ਜਾਨਾਂ ਦਿੱਤੀਆਂ, ਕਿ ਇਹਨਾਂ ਨੇ ਆਪਣੇ ਮੁਲਕ ਵਾਸਤੇ, ਆਪਣੀ ਆਵਾਮ ਵਾਸਤੇ, ਆਪਣੀ ਦੋਸਤਾਂ ਵਾਸਤੇ, ਕਿ ਉਹਨਾਂ ਨੂੰ ਰੋਕ ਕੇ ਇੱਥੇ ਉਹਨਾਂ ਨੂੰ ਪਾਣੀ ਪਿਲਾਇਆ ਜਾਂ ਉਹਨਾਂ ਨੂੰ ਲੰਗਰ ਵਾਸਤੇ ਉਹਨਾਂ ਨੂੰ ਰੋਕਿਆ। ਕਿ ਉਹ ਬਿਲਕੁਲ ਇੱਥੇ ਲਿਖਿਆ ਜਾਏਗਾ, ਉਹ ਲਿਖਣਗੇ ਇਨਸ਼ਾਅੱਲਾ। ਅਸੀਂ ਬਿਲਕੁਲ ਇਸ ਗੱਲ ਨੂੰ ਅਸੀਂ ਬਿਲਕੁਲ ਰੱਖਿਆ ਹੋਇਆ ਆਪਣੇ। ਸੋ ਬਿਲਕੁਲ ਜੀ, ਇਸ ਵੇਲੇ ਸਾਡੇ ਨਾਲ ਉਮਰ ਸਾਹਿਬ ਜੀ ਜੁੜੇ ਹੋਏ ਨੇ, ਜਿਹੜੇ ਕਿ ਸਰਕਾਰ ਦੇ ਵੱਲੋਂ ਕੰਟਰੈਕਟਰ ਨੇ ਔਰ ਬੜੇ ਅੱਛੇ ਤਰੀਕੇ ਦੇ ਨਾਲ ਇਸ ਬਿਲਡਿੰਗ ਦਾ ਕੰਮ ਜਿਹੜਾ ਉਹ ਬਾਖੂਬੀ ਨਿਭਾ ਰਹੇ ਨੇ, ਇਸ ਨੂੰ ਅੱਗੇ ਲਿਜਾ ਰਹੇ ਨੇ। ਤੇ ਹੋਪ ਹੈ ਕਿ ਆਸ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਆਉਣ ਵਾਲੀ ਵਿਸਾਖੀ ਤੱਕ, ਜਿਹੜੀ ਕਿ 2020 ਦੀ ਵਿਸਾਖੀ ਆਏਗੀ, ਤੇ ਉਦੋਂ ਤੱਕ ਇਹ ਮੁਕੰਮਲ ਕਰ ਲਈ ਜਾਏਗੀ। ਤੁਸੀਂ ਹੋਰ ਕੁਝ ਕਹਿਣਾ ਚਾਹੋਗੇ? ਨਹੀਂ, ਬਸ ਇਹੀ ਕਹਿ ਰਹੇ ਕਿ ਸਾਡੇ ਵਾਸਤੇ ਬੜਾ ਅਜ਼ਾਜ਼ ਆ ਕਿ ਸਿੱਖ ਕਮਿਊਨਿਟੀ ਜਿੰਨੀ ਪੂਰੀ ਦੁਨੀਆ 'ਚੋਂ ਆਉਂਦੀ ਹੈ, UK, ਕੈਨੇਡਾ 'ਚੋਂ, ਇੰਡੀਆ 'ਚੋਂ, ਜਿੱਥੋਂ ਵੀ ਆਉਣ, ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਜਿੰਨਾ ਸਾਡਾ ਹੋ ਸਕੇ ਅਸੀਂ ਉਹਨਾਂ ਨੂੰ ਸਹੂਲਤ ਦਈਏ, ਉਹਨਾਂ ਨੂੰ ਇੰਟਰਟੇਨ ਕਰੀਏ, ਉਹਨਾਂ ਨੂੰ ਫੈਸਿਲੀਟੇਟ ਕਰੀਏ, ਕਿ ਉਹਨਾਂ ਨੂੰ ਪਤਾ ਚੱਲੇ ਕਿ ਅਸੀਂ ਉਹਨਾਂ ਨਾਲ ਕਿੰਨਾ ਪਿਆਰ ਕਰਦੇ ਹਾਂ, ਸਾਡੀ ਗੌਰਮੈਂਟ ਕਿੰਨਾ ਪਿਆਰ ਕਰਦੀ ਆ, ਕਿ ਅਸੀਂ ਉਹਨਾਂ ਵਾਸਤੇ ਦੇਖੋ ਸਾਡੇ ਦਿਲਾਂ ਵਿੱਚ ਕਿੰਨੀ ਮੁਹੱਬਤ ਆ। ਇਹ ਜਿਹੜੀਆਂ ਦੂਰੀਆਂ ਵਾ, ਇਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਨੇੜੇ ਆਉਣ, ਸਾਡੇ ਵੀ ਬਾਰਡਰ ਆਪਸ 'ਚ ਖੁੱਲ੍ਹਣ, ਅਸੀਂ ਵੀ ਆਪਸ ਦੇ ਇੱਕ ਦੂਸਰੇ ਦੀ ਜਿਹੜੀ ਆ ਸਕਾਫਤ ਆ, ਜਿਹੜਾ ਉਹਨਾਂ ਦਾ ਮਜ਼ਹਬ ਆ, ਉਹਨੂੰ ਸਮਝ ਸਕੀਏ, ਉਹਨਾਂ ਤੋਂ ਦਰਸ ਲੈ ਸਕੀਏ, ਸਾਡੇ ਤੋਂ ਉਹ ਲੈ ਸਕਣ। ਮਤਲਬ ਕਿ ਬਿਲਕੁਲ ਇੱਕ ਦੂਸਰੇ ਨੂੰ ਜਿਸ ਤਰ੍ਹਾਂ ਅਸੀਂ ਪਹਿਲੇ ਸੀ 70 ਸਾਲ ਤੋਂ ਪਹਿਲੇ, 72 ਸਾਲ ਤੋਂ ਪਹਿਲੇ, ਉਸੇ ਤਰ੍ਹਾਂ ਹੋਵੇ। ਜਿਹੜਾ ਦਿਲ ਕਰੇ, ਜਦੋਂ ਆਵੇ, ਜਿੱਥੇ ਜਾਵੇ, ਇਬਾਦਤ ਕਰੇ। ਬਿਲਕੁਲ ਆਜ਼ਾਦੀ ਹੋਣੀ ਚਾਹੀਦੀ, ਮਜ਼ਹਬੀ ਆਜ਼ਾਦੀ ਹੋਣੀ ਚਾਹੀਦੀ ਹਰ ਬੰਦੇ ਨੂੰ। ਅਸੀਂ ਉਸ 'ਤੇ ਬਿਲੀਵ ਕਰਦੇ ਹਾਂ ਅਤੇ ਇਸੇ ਵਾਸਤੇ ਇਹ ਸਾਰਾ ਕੁਝ ਗੌਰਮੈਂਟ ਕਰ ਰਹੀ ਹੈ। ਸੋ ਬਿਲਕੁਲ ਇੱਕ ਗੱਲ ਉਮਰ ਸਾਹਿਬ ਜੀ ਵੱਲੋਂ ਕਹੀ ਗਈ ਆ ਕਿ ਜਿਵੇਂ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਧਾਰਮਿਕ ਇੱਕ ਆਜ਼ਾਦੀ ਹੈ ਦੋਵਾਂ ਮੁਲਕਾਂ ਨੂੰ ਹੀ ਹੋਣੀ ਚਾਹੀਦੀ ਹੈ। ਉਹਨਾਂ ਦੀਆਂ ਜਿਹੜੀਆਂ ਪਲੇਸਿਸ ਨੇ, ਜਿਹੜੀਆਂ ਧਾਰਮਿਕ ਹਿਸਟੋਰੀਕਲ ਜਿਹੜੀਆਂ ਚੀਜ਼ਾਂ ਨੇ, ਗੁਰਦੁਆਰੇ ਨੇ, ਮਸੀਤਾਂ ਨੇ, ਇੱਧਰ ਉੱਧਰ ਜਾਣ ਦੀ ਬਿਲਕੁਲ ਵੀਜ਼ਾ ਜਿਹੜੀ ਫੈਸਿਲਿਟੀ ਹੈ ਉਹ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਆ। ਸੋ ਇਹ ਉਮਰ ਸਾਹਿਬ ਜੀ ਦੇ ਵਿਚਾਰ ਨੇ। ਇੱਥੋਂ ਦੀ ਆਵਾਮ, ਇੱਥੋਂ ਦੀ ਜਨਤਾ ਵੀ ਜਦੋਂ ਅਸੀਂ ਫਿਰ ਤੁਰ ਕੇ ਵੇਖਦੇ ਹਾਂ ਤੇ ਉਹਨਾਂ ਦੇ ਵੀ ਇਹ ਵਿਚਾਰ ਨੇ ਕਿ ਜਿਹੜੀਆਂ ਦੂਰੀਆਂ ਹਨ ਪੈ ਚੁੱਕੀਆਂ, ਅੱਜ ਤੋਂ 70-72 ਸਾਲ ਪਹਿਲਾਂ ਦੀਆਂ ਜਿਹੜੀਆਂ ਦੂਰੀਆਂ ਪੈ ਚੁੱਕੀਆਂ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਨਜ਼ਦੀਕ ਕਰਕੇ, ਕਿਉਂਕਿ ਯੂਰਪ ਦੀ ਉਹ ਮਿਸਾਲ ਦਿੰਦੇ ਨੇ ਕਿ ਯੂਰਪ ਜਿਹੜਾ ਇੱਕ ਹੋ ਚੁੱਕਾ ਹੈ। ਸੋ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ, ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਤੁਸੀਂ ਵੇਖਦੇ ਰਹੋ ਪ੍ਰੋਗਰਾਮ, ਤੁਹਾਡੇ ਵਾਸਤੇ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਫਿਰ ਵੀ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਵੇਖਦੇ ਰਹੋ ਪ੍ਰੋਗਰਾਮ।